बड़ी वारी एक गल तुहाडे नाल भी होई होगी कि कोई तुहानूं आण के शीशी फड़ाउंदा है ते कहिंदा है कि आह मल्टीविटामिन खानी शुरू कर दे। तुसीं कहिंदे जी क्यों बई इन्हां दा की रोल आ? ਉਹ ਕਹਿੰਦਾ ਵੀ ਜਿਹੜੀ ਤੁਸੀਂ ਅੱਜ ਕੱਲ੍ਹ ਦੀ ਆਪਣੀ ਡਾਈਟ ਆਪਣਾ ਭੋਜਨ ਖਾਂਦੇ ਜੇ ਉਹਦੇ ਵਿੱਚੋਂ ਤੁਹਾਨੂੰ ਪੂਰੇ ਪੌਸ਼ਟਿਕ ਤੱਤ ਨਹੀਂ ਮਿਲਦੇ ਤਾਂ ਕਰਕੇ ਇਹ ਆ ਉਹਨਾਂ ਪੌਸ਼ਟਿਕ ਤੱਤਾਂ ਨੂੰ ਪੂਰਾ ਕਰਨਗੇ। ਉਹ ਕਹਿੰਦਾ ਠੀਕ ਆ ਬਾਈ ਜੇ ਮੈਨੂੰ ਭੋਜਨ ਦੇ ਵਿੱਚੋਂ ਨਹੀਂ ਮਿਲਦੇ ਤੇ ਇਹ ਮਲਟੀਵਿਟਾਮਿਨ ਕਾਹਦੇ ਬਣੇ ਆ? ਤੇ ਅਗਲੇ ਬੰਨੇ ਉਹ ਬੰਦਾ ਜਵਾਬ ਦਿੰਦਾ ਕਿ ਇਹ ਵੀਰੇ ਤੇਰੇ ਭੋਜਨ ਚੋਂ ਹੀ ਬਣੇ ਆ। ਕੋਈ ਸੈਂਸ ਬਣੀ? ਸੈਂਸ ਇਸ ਗੱਲ ਦੀ ਕੋਈ ਨਹੀਂ ਬਣਦੀ ਕਿ ਜਿਹੜੇ ਭੋਜਨ ਵਿੱਚੋਂ ਤੁਸੀਂ ਪੌਸ਼ਟਿਕ ਤੱਤ ਨਹੀਂ ਲੈ ਸਕਦੇ ਉਹ ਵਾਲੇ ਭੋਜਨ ਦੇ ਵਿੱਚੋਂ ਗੋਲੀਆਂ ਚਾਰ ਬਣਾ ਕੇ ਤੇ ਕਿਸੇ ਕੰਪਨੀ ਦਾ ਪ੍ਰੋਫਿਟ ਜ਼ਰੂਰ ਬਣ ਜਾਂਦਾ ਹੈ। ਸੈਂਸ ਬਣੇ ਨਾ ਬਣੇ ਬਿਲੀਅਨਸ ਆਫ ਡਾਲਰਸ ਬਣਦਾ ਜਾਂ ਸੈਂਸ ਬਣੇ ਨਾ ਬਣੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਪ੍ਰਭਜੀਤ ਸਿੰਘ ਸਰਾਏ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਬਿਲੀਅਨ ਡਾਲਰ ਸਕੈਮ ਦੀ, ਜਿਹਨੂੰ ਕਹਿੰਦੇ ਆ ਮਲਟੀ ਵਿਟਾਮਿਨਸ। ਕੀ ਤੁਸੀਂ ਉਹਨਾਂ ਬੰਦਿਆਂ ਦੇ ਵਿੱਚ ਆਉਂਦੇ ਜੇ ਜਿਹੜੇ ਆਪਣੀ ਸਿਹਤ ਦਾ ਬੜਾ ਖਿਆਲ ਰੱਖਦੇ, ਜਾਂ ਤੁਸੀਂ ਇੱਕ ਨਾ ਇੱਕ ਅਜਿਹੇ ਬੰਦੇ ਨੂੰ ਜ਼ਰੂਰ ਜਾਣਦੇ ਹੋਣੇ ਜੇ ਜਿਹੜਾ ਆਪਣੀ ਸਿਹਤ ਦਾ ਬੜਾ ਖਿਆਲ ਰੱਖਦਾ ਤੇ ਜਿਹੜਾ ਇਹ ਮੰਨਦਾ ਆ ਕਿ ਹਾਂ ਬਈ ਮਲਟੀ ਵਿਟਾਮਿਨਾਂ ਦੇ ਤੇ ਉਹਨਾਂ ਦੀ ਜ਼ਿੰਦਗੀ ਬਦਲਤੀ। ਇਹ ਉਹ ਬੰਦੇ ਹੁੰਦੇ ਆ ਜਿਹੜੇ ਆਪਣੇ ਵਿਟਾਮਿਨ ਸੀ ਡੀ ਈ ਐਫ ਜੀ ਐਚ ਜ਼ੈਡ ਤੱਕ ਬੜੇ ਇਹਨਾਂ ਨੂੰ ਸੀਰੀਅਸਲੀ ਲੈਂਦੇ ਆ ਤੇ ਇਹਨਾਂ ਨੂੰ ਖਾਂਦੇ ਆ ਜਿਵੇਂ ਕਿ ਟੌਫੀਆਂ ਖਾਂਦੇ ਹੋਈਏ। ਐਂਡ ਦਿਨੋਂ ਦਿਨ ਇਹੋ ਜਿਹੇ ਲੋਕਾਂ ਦੀ ਗੋਲੀਆਂ ਖਾਣ ਵਾਲਿਆਂ ਦੀ ਤਾਦਾਦ ਹੈ ਜਿਹੜੀ ਉਹ ਵੱਧਦੀ ਜਾ ਰਹੀ ਆ, ਵੱਧਦੀ ਜਾ ਰਹੀ ਆ, ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਇਹਦਾ ਕੋਈ ਸਾਈਡ ਇਫੈਕਟ ਹੀ ਹੈ ਨਹੀਂ ਆ। ਅਤੇ ਕੋਵਿਡ ਤੋਂ ਬਾਅਦ ਕਿਹੜਾ ਬੰਦਾ ਹੈਲਦੀ ਨਹੀਂ ਰਹਿਣਾ ਚਾਹੁੰਦਾ? ਕਿਹੜਾ ਬੰਦਾ ਇਮਿਊਨਿਟੀ ਨੂੰ ਬੂਸਟ ਨਹੀਂ ਕਰਕੇ ਰੱਖਣਾ ਚਾਹੁੰਦਾ? ਕਿਹੜਾ ਬੰਦਾ ਸੌਖਾ ਤਰੀਕਾ ਲੰਬੀ ਉਮਰ ਜਿਉਣ ਦਾ ਨਹੀਂ ਅਪਣਾਉਣਾ ਚਾਹੁੰਦਾ? ਅਤੇ ਜੇ ਨਿੱਕੇ ਨਿੱਕੇ ਚੀਪ ਜਿਹੇ ਕੈਪਸੂਲ ਸਾਨੂੰ ਉਹ ਲੰਬੀਆਂ ਉਮਰਾਂ ਦੀ ਸਾਡੀ ਸੋਹਣੀ ਹੈਲਥ ਦੀ ਗਰੰਟੀ ਦਿੰਦੇ ਆ ਤੇ ਕਿਉਂ ਨਾ ਖਾਈਏ ਅਸੀਂ? ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਸੇ ਗੱਲ ਉੱਤੇ ਡਿਸਕਸ ਕਰਨਾ ਹੈ ਕਿ ਕਿਉਂ ਨਾ ਮਲਟੀਵਿਟਾਮਿਨ ਖਾਈਏ ਅਸੀਂ। ਕੀ ਮਲਟੀਵਿਟਾਮਿਨ ਸੱਚੀ ਏਡੀ ਚਮਤਕਾਰੀ ਗੋਲੀ ਆ ਕਿ ਸਾਡਾ ਸਾਰਾ ਕੁਝ ਹੀ ਠੀਕ ਕਰੀ ਜਾਂਦੀ ਜਿੰਨਾ ਵੀ ਚੀਜ਼ਾਂ ਦੇ ਦਾਅਵੇ ਕਰਦੇ ਨੇ? ਸਾਡੇ ਵਿੱਚੋਂ ਬੜੇ ਲੋਕ ਇਸ ਗੱਲ ਉੱਤੇ ਯਕੀਨ ਕਰਦੇ ਨੇ, ਤਾਂ ਹੀ ਇਹ ਵਾਲੀ ਇੰਡਸਟਰੀ ਆ ਜਿਹੜੀ ਬਹੁਤ ਜ਼ਿਆਦਾ ਗਰੋ ਕਰਨ ਦੀ ਆ। ਅਤੇ ਅਨੁਮਾਨ ਲਾਇਆ ਜਾਂਦਾ ਹੈ ਕਿ 2024 ਤੱਕ ਸਿਰਫ ਮਲਟੀਵਿਟਾਮਿਨਸ ਦੀ ਸੇਲਸ ਆ ਜਿਹੜੀ 300 ਬਿਲੀਅਨ ਡਾਲਰਸ ਨੂੰ ਟੱਚ ਕਰਨ ਵਾਲੀ ਆ। ਇਹ ਵਾਲੀਆਂ ਪਿਲਸ ਹਰ ਜਗ੍ਹਾ ਉੱਤੇ ਮਿਲਦੀਆਂ ਨੇ। ਤੁਹਾਨੂੰ ਇੰਸਟਾਗ੍ਰਾਮ ਉੱਤੇ ਮਿਲ ਜਾਣਗੀਆਂ, ਐਮਾਜ਼ੋਨ ਉੱਤੇ ਮਿਲ ਜਾਣਗੀਆਂ, ਸੋਸ਼ਲ ਮੀਡੀਆ ਉੱਤੇ ਮਿਲ ਜਾਣਗੀਆਂ। ਕਈਆਂ ਨੇ ਘਰੋਂ ਹੀ ਬ੍ਰਾਂਡ ਬਣਾਏ ਨੇ, ਬੜੇ ਇਨਫਲੂਐਂਸਰਸ ਨੇ ਜਿਹੜੇ ਇਹਨਾਂ ਨੂੰ ਪ੍ਰਮੋਟ ਕਰਦੇ ਨੇ। ਸਾਰਾ ਕੁਝ ਤੁਹਾਨੂੰ ਬੜੀ ਆਸਾਨੀ ਦੇ ਨਾਲ ਮਿਲ ਰਿਹਾ। ਤੁਹਾਨੂੰ ਵਾਲਮਾਰਟ ਦੀਆਂ ਸ਼ੈਲਫਾਂ ਉੱਤੇ ਮਿਲ ਜੂਗੀ, ਗਮੀਜ਼ ਦੀ ਫਾਰਮ ਦੇ ਵਿੱਚ ਮਿਲ ਜਾਣਗੀਆਂ ਬੱਚਿਆਂ ਵਾਸਤੇ ਕਿ ਬੱਚੇ ਵੀ ਅਟਰੈਕਟ ਹੋ ਕੇ ਇਹਨਾਂ ਚੀਜ਼ਾਂ ਨੂੰ ਖਾਣ। ਕਈਆਂ ਦੇ ਕੋਲ ਤੇ ਜਿਵੇਂ ਮੈਂ ਆਖਿਆ ਇਨਫਲੂਐਂਸਰਸ ਵੀ ਹੈਗੇ, ਬ੍ਰਾਂਡ ਅੰਬੈਸਡਰ ਵੀ ਹੈਗੇ ਆ, ਬਟ ਕਈ ਉਹਨਾਂ ਦੀ ਤਾਂ ਤੁਸੀਂ ਕਦੀ ਮਸ਼ਹੂਰੀ ਵੀ ਨਹੀਂ ਸੁਣੀ ਹੋਣਗੀ। ਉਹ ਕਹੇ ਸੁਣੇ ਉੱਤੇ ਹੀ ਚੱਲਦੇ ਆ। ਮਾਸੀ ਗਈ ਆਪਣੀ ਭੈਣ ਨਾਲ, ਉਹਨੇ ਜਾ ਕੇ ਕਹਿਤਾ ਨਹੀਂ ਭੈਣੇ ਮੇਰਾ ਤੇ ਆਹ ਠੀਕ ਹੋ ਗਿਆ। ਅਗਲੇ ਨੇ ਕਿਹਾ ਮੈਂ ਵੀ ਇਹ ਵਾਲੀ ਖਾਣੀ, ਲੈ ਵੀ ਛੋਟੂ ਮੈਨੂੰ ਵੀ ਆਹ ਵਾਲੀ ਦਵਾਈ ਲਿਆ ਕੇ ਦੇ। ਬੜੇ ਸਾਰੇ ਇਹ ਇਦਾਂ ਦੀਆਂ ਚੀਜ਼ਾਂ ਨੇ ਮਲਟੀਵਿਟਾਮਿਨ ਜਿਨ੍ਹਾਂ ਦੇ ਉੱਤੇ ਪ੍ਰਸਕ੍ਰਿਪਸ਼ਨ ਦੀ ਵੀ ਲੋੜ ਨਹੀਂ ਪੈਂਦੀ, ਜਿਨ੍ਹਾਂ ਦੇ ਉੱਤੇ ਬੰਦੇ ਲਿਖਿਆ ਵੀ ਨਹੀਂ ਹੁੰਦਾ ਕਿ ਹਾਂ ਵੀ ਕਿੰਨੀ ਡੋਸੇਜ ਜ਼ਰੂਰੀ ਆ। ਤੁਹਾਨੂੰ ਬੜੀਆਂ ਸਾਰੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਵਿੱਚੋਂ ਕੁਝ ਕੁ ਆ ਨੇ ਕਿ ਤੁਹਾਡੀ ਸਕਿਨ ਆ ਜਿਹੜੀ ਖਿੜੀ ਖਿੜੀ ਰਹੂਗੀ, ਤੁਸੀਂ ਹਮੇਸ਼ਾ ਜਵਾਨ ਰਹੋਗੇ, ਤੁਹਾਡੀ ਇਮਿਊਨਿਟੀ ਬੂਸਟ ਹੋਊਗੀ, ਤੁਹਾਡੀ ਸਟਰੈਂਥ ਬਿਲਡ ਅਪ ਹੋਊਗੀ, ਤੁਹਾਡੀ ਸਕਿਨ ਗਲੋ ਕਰੂਗੀ, ਤੁਹਾਡੇ ਵਾਲ ਸੰਘਣੇ ਤੇ ਘਣੇ ਹੋਣਗੇ ਅਤੇ ਤੁਹਾਡੇ ਨੇਲਸ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੋਊਗੀ। ਪਰ ਕੀ ਇਹਨਾਂ ਨਿੱਕੀਆਂ ਨਿੱਕੀਆਂ ਚੀਪ ਜੀਆਂ ਗੋਲੀਆਂ ਤੋਂ ਇੰਨੇ ਫਾਇਦੇ ਹੁੰਦੇ ਆ? ਐਗਜ਼ੈਕਟਲੀ ਹੁੰਦਾ ਕੀ ਆ ਇੱਕ ਮਲਟੀਵਿਟਾਮਿਨ? ਕੀ ਤੁਹਾਨੂੰ ਇਹ ਲੈਣੇ ਚਾਹੀਦੇ ਆ? ਕੀ ਇਹਨਾਂ ਦੇ ਕੋਈ ਸਾਈਡ ਇਫੈਕਟ ਹੈਗੇ ਆ? ਠੀਕ ਆ, ਤੇ ਕਿਉਂ ਤੁਹਾਨੂੰ ਇਹ ਖਾਣ ਤੋਂ ਪਹਿਲਾਂ ਸੋਚਣਾ ਚਾਹੀਦਾ ਆ? ਚਲੋ ਕਰਦੇ ਆ ਜੀ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਡਿਸਕਸ। ਇਹ ਵੀਡੀਓ ਮੈਂ ਵੇਖੀ ਸੀ ਇੰਗਲਿਸ਼ ਦੇ ਵਿੱਚ, ਮੈਂ ਸੋਚਿਆ ਪੰਜਾਬੀ ਦੇ ਵਿੱਚ ਵੀ ਸਾਰਿਆਂ ਲਈ ਬਣਾਦਾ। ਸਭ ਤੋਂ ਪਹਿਲਾਂ ਤੇ ਮਲਟੀਵਿਟਾਮਿਨ ਦਾ ਮਤਲਬ ਇਹ ਹੁੰਦਾ ਆ ਇੱਕ ਗੋਲੀ ਜਿਹਦੇ ਵਿੱਚ ਬਹੁਤ ਤਰ੍ਹਾਂ ਦੇ ਵਿਟਾਮਿਨਸ ਆ ਜਿਹੜੇ ਪੈਕ ਕੀਤੇ ਹੋਣ। ਗੋਲੀ ਕੋਈ 1 ਗ੍ਰਾਮ ਦੀ ਹੁੰਦੀ, ਹੁਣ ਆਪੇ ਪਹਿਲਾਂ ਸੋਚ ਲਓ ਕਿੰਨੇ ਕੁ ਵਿਟਾਮਿਨ ਉਹਦੇ ਵਿੱਚ ਪੈਕ ਹੋ ਗਏ ਹੋਣਗੇ। ਠੀਕ ਹੈ, ਮਤਲਬ ਕਿ ਜੇ ਤੁਸੀਂ 2 ਕਿਲੋ ਠੀਕ ਹੈ ਜਾਂ 3 ਕਿਲੋ ਭੋਜਨ ਇੱਕ ਦਿਹਾੜੀ ਦੇ ਵਿੱਚ ਖਾ ਸਕਦੇ ਜੇ, ਜਾਂ 1.5 ਕਿਲੋ ਵੀ ਖਾਂਦੇ ਜੇ ਭੋਜਨ, ਤੇ ਉਹਨੂੰ ਗ੍ਰਾਮਸ ਦੇ ਵਿੱਚ ਆਪਣੇ ਆਪ ਕਨਵਰਟ ਕਰਕੇ ਦੇਖੋ। ਐਂਡ ਜਦੋਂ ਉਹ ਭੋਜਨ ਤੁਹਾਡੀ ਉਹ ਚੀਜ਼ਾਂ ਨੂੰ ਪੂਰਾ ਨਹੀਂ ਕਰ ਸਕਦਾ ਤੇ ਇੱਕ ਨਾਲ ਜੀ ਗੋਲੀ ਵੀ ਲਓ ਤੁਸੀਂ। ਹੁਣ ਕਿਉਂ? ਕਿਉਂਕਿ ਭੋਜਨ ਆ ਜਿਹੜਾ ਠੀਕ ਹੈ ਤੁਸੀਂ ਆਪਣਾ ਉਗਾ ਸਕਦੇ ਜੇ, ਆਪਣਾ ਖਾ ਸਕਦੇ ਜੇ। ਤੁਸੀਂ ਕੰਪਨੀ ਤੋਂ ਪੈਸੇ ਲੈ ਰਹੇ ਜੇ, ਦੇ ਨਹੀਂ ਰਹੇ। ਉਹੀ ਭੋਜਨ ਤੁਹਾਡਾ ਕੰਪਨੀ ਦੇ ਥਰੂ, ਉਹੀ ਮੈਂ ਇੱਕ ਐਗਜ਼ਾਮਪਲ ਦਿੰਦਾ ਵਿਟਾਮਿਨ ਸੀ ਦੀ। ਸਭ ਨੂੰ ਪਤਾ ਹੈ ਨਿੰਬੂ ਦੇ ਵਿੱਚ ਵਿਟਾਮਿਨ ਸੀ ਆ, ਸੰਤਰੇ ਦੇ ਵਿੱਚ ਵਿਟਾਮਿਨ ਸੀ ਆ, ਬਟ ਸੰਤਰਾ ਜਿਹੜਾ ਬੜਾ ਚੀਪ ਮਿਲ ਜਾਣਾ। ਤੁਸੀਂ ਬਾਗ ਤੋਂ ਤੋੜ ਕੇ ਆਪਣੇ ਬਾਗ ਤੋਂ ਖਾ ਸਕਦੇ ਜੇ, ਘਰ ਦੇ ਬੂਟੇ ਤੋਂ ਖਾ ਸਕਦੇ ਜੇ, ਪਰ ਉਹੀ ਸੰਤਰਾ ਜਦੋਂ ਕੰਪਨੀ ਦਾ ਲੇਬਲ ਲਾ ਕੇ ਆਊਗਾ ਤੁਹਾਡਾ ਸੰਤਰਾ ਹੀ ਤੁਹਾਨੂੰ ਵਾਪਸ ਮਿਲਣਾ ਆ, ਬਟ ਉਹਦੇ ਵਿੱਚ ਕੰਪਨੀ ਦਾ ਪ੍ਰੋਫਿਟ ਹੋ ਗਿਆ। ਠੀਕ ਹੈ, ਉਹਦੇ ਵਿੱਚ ਤੁਸੀਂ ਉਹਦੇ ਪਰਮਾਨੈਂਟ ਕਸਟਮਰ ਬਣ ਗਏ। ਸੋ ਬਿਲੀਅਨ ਡਾਲਰ ਕਿਵੇਂ ਕਮਾਉਂਦੇ ਨੇ ਆਜੋ ਕਰਦੇ ਹਾਂ ਗੱਲ। ਹਰ ਗੋਲੀ ਦਾ ਇੱਕ ਸਟੈਂਡਰਡ ਹੁੰਦਾ ਹੈ, ਹਰ ਡਰੱਗ ਦਾ ਇੱਕ ਸਟੈਂਡਰਡ ਹੁੰਦਾ, ਬਟ ਮਲਟੀਵਿਟਾਮਿਨਸ ਦਾ ਕੋਈ ਵੀ ਸਟੈਂਡਰਡ ਨਹੀਂ ਹੈਗਾ। ਹੁਣ ਜਿਹੜੀ ਵੀਡੀਓ ਮੈਂ ਦੇਖੀ ਸੀ ਉਹਦੇ ਵਿੱਚ ਉਹਨਾਂ ਬੜਾ ਵਧੀਆ ਰੋਬਿਨ ਤੇ ਬੈਟਮੈਨ ਦੀ ਐਗਜ਼ਾਮਪਲ ਦਿੱਤੀ ਸੀ। ਉਹਨੇ ਇੱਕ ਗੱਲ ਕਹੀ ਕਿ ਕਹਿੰਦੀ ਜੇ ਬੈਟਮੈਨ ਆ ਤੁਹਾਡੀ ਡਾਈਟ
ਤੇ ਰੋਬਿਨ ਹੈ ਜਿਹੜਾ ਨਾਲ ਉਹ ਆ ਤੁਹਾਡਾ ਮਲਟੀ ਵਿਟਾਮਿਨ। ਐਂਡ ਹਮੇਸ਼ਾ ਬੈਟਮੈਨ ਨੂੰ ਰੋਬਿਨ ਦੀ ਲੋੜ ਨਹੀਂ ਹੁੰਦੀ। ਮਤਲਬ ਕਿ ਇੱਕ ਵੱਡੇ ਸਟਾਰ ਨੂੰ, ਇੱਕ ਵੱਡੇ ਸੁਪਰਸਟਾਰ ਨੂੰ ਛੋਟੇ ਸਟਾਰ ਦੀ ਹਮੇਸ਼ਾ ਲੋੜ ਨਹੀਂ ਪੈਂਦੀ। ਹੀਰੋ ਫਿਲਮ ਇਕੱਲਾ ਵੀ ਕਰ ਸਕਦਾ, ਹੀਰੋਇਨ ਫਿਲਮ ਇਕੱਲੀ ਵੀ ਕਰ ਸਕਦੀ ਆ, ਦੋਵਾਂ ਨੂੰ ਇੱਕ ਦੂਜੇ ਦੀ ਇੰਨੀ ਲੋੜ ਨਹੀਂ ਪੈਂਦੀ, ਫਿਲਮ ਸੁਪਰ ਹਿੱਟ ਹੋ ਹੀ ਸਕਦੀ ਆ। ਉਸੇ ਹੀ ਤਰ੍ਹਾਂ ਤੁਹਾਡੀ ਡਾਈਟ ਤੁਹਾਡਾ ਸਾਰਾ ਫੁੱਲਫਿਲ ਕਰ ਸਕਦੀ ਹੈ ਜਿੰਨੀਆਂ ਤੁਹਾਡੀ ਨਿਊਟ੍ਰੀਸ਼ਨਲ ਨੀਡਸ ਨੇ, ਤੁਹਾਨੂੰ ਨਾਲ ਗੋਲੀਆਂ ਗੱਟਿਆਂ ਦੀ ਲੋੜ ਨਹੀਂ ਆ। ਸੇਲ ਕਿੱਦਾਂ ਕਰਦੇ ਆ ਕਿ ਜੇ ਸਨਲਾਈਟ ਪ੍ਰੋਪਰ ਨੇ ਮਿਲਣ ਡਈ, ਵਿਟਾਮਿਨ ਡੀ, ਜੇ ਤੁਹਾਡੀ ਸਕਿਨ ਨਹੀਂ ਘੈਂਟ ਜਾਂ ਇਮਿਊਨਿਟੀ ਨਹੀਂ ਵਧੀਆ ਹੋ ਰਹੀ, ਪੌਪ ਵਿਟਾਮਿਨ ਸੀ, ਜੇ ਤੁਹਾਡੀ ਆਈਸਾਈਟ ਨਹੀਂ ਵਧੀਆ, ਵਿਟਾਮਿਨ ਏ। ਮੈਨੂੰ ਇੱਕ ਬੰਦਾ ਦੱਸੋ ਜਿਹਨੇ ਵਿਟਾਮਿਨ ਸੀ ਦੀਆਂ ਗੋਲੀਆਂ ਖਾ ਕੇ ਠੀਕ ਹੋ ਗਿਆ, ਠੀਕ ਹੈ, ਜਿਹਦੀ ਵਿਟਾਮਿਨ ਏ ਦੀਆਂ ਗੋਲੀਆਂ ਖਾ ਕੇ ਅੱਖਾਂ ਠੀਕ ਹੋ ਗਈਆਂ, ਠੀਕ ਹੈ, ਵਿਟਾਮਿਨ ਡੀ ਖਾ ਕੇ ਜਿਹਦਾ ਟੈਸਟੋਸਟੀਰੋਨ ਬਹੁਤ ਜ਼ਿਆਦਾ ਬੂਸਟ ਹੋ ਗਿਆ। ਟੈਸਟੋਸਟੀਰੋਨ ਉੱਤੇ ਹੁਣ ਗੱਲ ਆਉਣੀ, ਲੋਕਾਂ ਨੇ ਕਹਿਣਾ ਕਿ ਹਾਂ ਵੀ ਸਨਲਾਈਟ ਹੈ ਨਹੀਂ, ਆਹ ਹੈ ਨਹੀਂ, ਉਹ ਹੈ ਨਹੀਂ। ਜਦੋਂ ਤੁਸੀਂ ਲਿਸਟ ਆਫ ਫੂਡ ਚੈੱਕ ਕਰਦੇ ਜੇ ਜਿਹਦੇ ਵਿੱਚ ਵਿਟਾਮਿਨ ਡੀ ਹੁੰਦਾ, ਤੁਹਾਨੂੰ ਭਰਪੂਰ ਮਿਲ ਜਾਂਦਾ ਹੈ। ਐਂਡ ਟੈਸਟੋਸਟੀਰੋਨ ਬਣਾਉਣ ਵਾਸਤੇ ਤੁਹਾਨੂੰ ਸਨਲਾਈਟ ਸਿਰਫ 15 ਮਿੰਟ ਚਾਹੀਦੀ ਹੈ, ਠੀਕ ਹੈ, ਸਵੇਰ ਵਾਲੀ ਜਿਹੜੀ ਹੁੰਦੀ ਆ, ਪਲੱਸ ਤੁਹਾਡੀ ਡਾਈਟ ਦੇ ਵਿੱਚ ਪ੍ਰੋਪਰ ਗੁੱਡ ਫੈਟਸ ਯਾਨੀ ਕਿ ਕੋਲੈਸਟਰੋਲ ਹੋਣਾ ਚਾਹੀਦਾ, ਜਿਹੜਾ ਪ੍ਰੀਕਰਸਰ ਆਫ ਟੈਸਟੋਸਟੀਰੋਨ ਆ। ਇੰਨੀ ਮਸ਼ਹੂਰ ਚੀਜ਼, ਇੰਨੇ ਘੈਂਟ ਵਿਟਾਮਿਨਸ, ਇਹ ਸ਼ੁਰੂ ਆਖਿਰ ਹੋਏ ਕਿੱਥੋਂ? ਇਹਨਾਂ ਦੀ ਸ਼ੁਰੂਆਤ ਹੋਈ ਸੀਗੀ ਸਪਲੀਮੈਂਟਸ ਦੀ 1930 ਤੇ 1940 ਦੇ ਦਹਾਕੇ ਦੇ ਵਿੱਚ। ਇਹ ਬਣੀ ਸੀਗੀ ਜੀ ਡਿਜ਼ੀਜ਼ ਕਿਉਰ ਕਰਨ ਵਾਸਤੇ, ਜਿੱਦਾਂ ਸਕਰਵੀ ਹੋ ਗਿਆ, ਜਿੱਦਾਂ ਤੁਹਾਡੇ ਰਿਕੇਟਸ ਹੋ ਗਿਆ। ਤੁਸੀਂ ਚੌਥੀ ਪੰਜਵੀਂ ਕਲਾਸ ਦੇ ਵਿੱਚ ਪੜ੍ਹਿਆ ਹੋਣਾ ਬੁੱਕਾਂ ਦੇ ਵਿੱਚ ਕਿ ਆਹ ਵਾਲੀ ਡੈਫੀਸ਼ੀਐਂਸੀ ਦੇ ਨਾਲ ਸਕਰਵੀ ਹੋ ਜਾਂਦੀ ਆ, ਆਹ ਵਾਲੀ ਡੈਫੀਸ਼ੀਐਂਸੀ ਦੇ ਨਾਲ ਰਿਕੇਟਸ ਹੋ ਜਾਂਦਾ ਆ। ਉਹਨਾਂ ਨੂੰ ਟ੍ਰੀਟ ਕਰਨ ਵਾਸਤੇ ਇਹ ਇੰਟਰੋਡਿਊਸ ਕੀਤੇ ਗਏ ਸਨ। ਇਹ ਇਜਾਦ ਉਦੋਂ ਹੋਏ ਸਨ ਜਦੋਂ ਸੈਕੰਡ ਵਰਲਡ ਵਾਰ ਚੱਲ ਰਹੀ ਸੀ। ਹਸਪੀਟਲ ਦੇ ਵਿੱਚ ਪਹਿਲਾਂ ਹੀ ਤੁਹਾਨੂੰ ਪਤਾ ਬੜੇ ਪੇਸ਼ੈਂਟ, ਬੜਾ ਸਾਰਾ ਕੁਝ ਪਿਆ ਸੀ, ਠੀਕ ਆ। ਉਦੋਂ ਉਹਨਾਂ ਨੇ ਇੱਕ ਅਲਟਰਨੇਟਿਵ ਲਾਂਚ ਕੀਤਾ ਜਿਹਦੇ ਕਰਕੇ ਲੋਕੀ ਘੱਟ ਤੋਂ ਘੱਟ ਹਸਪੀਟਲ ਜਾਣ। ਉਹਨਾਂ ਨੂੰ ਯਕੀਨ ਦਿਵਾਇਆ ਗਿਆ ਕਿ ਤੁਸੀਂ ਘਰ ਬੈਠੇ ਆਹ ਵਾਲੀਆਂ ਗੋਲੀਆਂ ਖਾਓ, ਤੁਹਾਡੇ ਜਿਹੜੇ ਆ ਛੋਟੀਆਂ ਮੋਟੀਆਂ ਬਿਮਾਰੀਆਂ ਆ ਇਹਨਾਂ ਦੇ ਨਾਲ ਠੀਕ ਹੋਣ ਲੱਗ ਪੈਣਗੀਆਂ। ਉਹਨਾਂ ਦਿਨਾਂ ਦੇ ਵਿੱਚ ਜਦੋਂ ਹਸਪੀਟਲਸ ਦੇ ਖਰਚੇ ਬਹੁਤ ਜ਼ਿਆਦਾ ਸਨ, ਇਹ ਵਾਲੀਆਂ ਜਿਹੜੀਆਂ ਚੀਪ ਪਿਲਸ ਆ ਲੋਕਾਂ ਦੇ ਵਿੱਚ ਇੱਕ ਨਵੀਂ ਹੈਲਥ ਦੀ ਉਮੀਦ ਲੈ ਕੇ ਆਈਆਂ, ਇੱਕ ਨਵੀਂ ਸੂਰਜ ਦੀ ਕਿਰਨ ਵਾਂਗੂ ਆਈਆਂ। ਲੋਕਾਂ ਨੂੰ ਲੱਗਾ ਕਿ ਉਹਨਾਂ ਨੂੰ ਕੋਈ ਜਾਦੂਈ ਛੜੀ ਲੱਭ ਗਈ ਆ ਕਿ ਉਹ ਘਰੇ ਬੈਠੇ ਇੱਕ ਗੋਲੀ ਖਾਣਗੇ ਐਂਡ ਉਹ ਹੈਲਦੀ ਹੋ ਜਾਣਗੇ। ਪਰ ਅੱਜ ਦੇ ਯੁੱਗ ਦੇ ਵਿੱਚ ਇਹ ਗੋਲੀਆਂ ਜ਼ਿਆਦਾਤਰ ਉਹਨਾਂ ਲੋਕਾਂ ਦੁਆਰਾ ਵਰਤੀਆਂ ਜਾਂਦੀਆਂ ਨੇ ਜਿਹੜੇ ਕਿ ਬੜੀਆਂ ਹੀ ਜ਼ਿਆਦਾ ਪੂਅਰ ਲਾਈਫ ਸਟਾਈਲ ਜਿਉਂਦੇ ਆ। ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਆ, ਸਾਡੀਆਂ ਬੀਬੀਆਂ ਜਾਂ ਸਾਡੇ ਬੰਦੇ ਜਿਨ੍ਹਾਂ ਦੀਆਂ ਐਡੀਆਂ ਐਡੀਆਂ ਗੋਗੜਾਂ ਨੇ, ਉਹ ਸਾਰਾ ਦਿਨ ਪਕੌੜੇ ਸਮੋਸੇ ਇੱਦਾਂ ਉੱਦਾਂ ਖਾ ਕੇ ਤੇ ਐਂਡ ਉੱਤੇ ਇੱਕ olive oil ਦਾ ਚਿਮਚਾ ਪੀ ਲੈਂਦੇ ਆ ਕਿ ਇਹ ਗੁੱਡ ਫੈਟ ਆ, ਠੀਕ ਹੈ। ਉਹਨਾਂ ਨੂੰ ਵੀ ਪਤਾ ਹੈ ਕਿ ਇਹਨੇ ਕੋਈ ਡਿਫਰੈਂਸ ਨਹੀਂ ਲਿਆਉਣਾ। ਸੋ ਇਸੇ ਹੀ ਤਰੀਕੇ ਦੇ ਨਾਲ ਲੋਕੀ ਸਾਰਾ ਦਿਨ ਬਾਹਰੋਂ ਖਾ ਕੇ, ਬਾਅਦ ਚੋਂ ਇੱਕ ਗੋਲੀ ਖਾ ਕੇ, ਇੱਕ ਫੈਟ ਬਰਨਰ ਖਾ ਕੇ ਜਾਂ ਹੋਰ ਕੁਝ ਹੈਲਦੀ ਆਪਣੇ ਆਪ ਨੂੰ ਦਿਲਾਸਾ ਦੇਣ ਵਾਸਤੇ ਖਾ ਕੇ ਸੋਚਦੇ ਆ ਕਿ ਉਹ ਇੱਕ ਹੈਲਦੀ ਜੀਵਨ ਜੀਉ ਰਹੇ ਆ। ਐਂਡ ਉਹਦੇ ਵਿੱਚ ਹੀ ਬਿਲੀਅਨਸ ਆਫ ਡਾਲਰਸ ਬਣ ਰਹੇ ਨੇ ਸਪਲੀਮੈਂਟਸ ਕੰਪਨੀਜ਼ ਦੇ। ਇੱਕ ਰਿਸਰਚ ਸਟੱਡੀ ਦੇ ਵਿੱਚ ਉਹਨਾਂ ਨੇ ਪਤਾ ਕੀਤਾ ਤੇ ਪਤਾ ਲੱਗਾ ਕਿ ਅੱਧ ਨਾਲੋਂ ਜ਼ਿਆਦਾ ਅਮਰੀਕਨਸ ਕਿਸੇ ਨਾ ਕਿਸੇ ਪ੍ਰਕਾਰ ਦਾ ਸਪਲੀਮੈਂਟ, ਕਿਸੇ ਨਾ ਕਿਸੇ ਪ੍ਰਕਾਰ ਦਾ ਬੇਲੋੜੀ ਗੋਲੀ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਇਹਦੋਂ ਬਿਨਾ ਉਹਨਾਂ ਦਾ ਨਿਊਟ੍ਰੀਸ਼ਨ ਹੈ ਜਿਹੜਾ ਉਹ ਪੂਰਾ ਨਹੀਂ ਹੋ ਸਕਦਾ। 2017 ਦੇ ਵਿੱਚ ਸਪਲੀਮੈਂਟ ਇੰਡਸਟਰੀ ਹੀ ਜਿਹੜੀ ਉਹ ਸਿਰਫ 37 ਬਿਲੀਅਨ ਡਾਲਰ ਦਾ ਰੈਵਨਿਊ ਜਨਰੇਟ ਕਰਦੀ ਸੀ। ਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਆ, 2024 ਤੱਕ ਉਹ ਕਹਿ ਰਹੇ ਆ ਇਹ 300 ਬਿਲੀਅਨ ਡਾਲਰ ਦੀ ਹੋ ਜੂਗੀ। ਹੁਣ ਸੋਚੋ ਕਿ ਮੂਰਖਤਾ ਕਿਹੜੇ ਪੱਧਰ ਉੱਤੇ ਵੱਧ ਰਹੀ ਆ, ਲੋਕਾਂ ਨੂੰ ਕਿਹੜੇ ਪੱਧਰ ਉੱਤੇ ਇਹ ਚੀਜ਼ਾਂ ਐਡਵਰਟਾਈਜ਼ ਕਰਕੇ ਤੇ ਉਹਨਾਂ ਦੀ ਡਾਈਟ ਦੇ ਵਿੱਚ, ਉਹਨਾਂ ਦੀ ਪਲੇਟ ਦੇ ਵਿੱਚ ਰੱਖੀਆਂ ਜਾ ਰਹੀਆਂ ਨੇ। ਅਮਰੀਕਾ ਹੀ ਨਹੀਂ, ਇੰਡੀਆ ਦੇ ਵਿੱਚ ਵੀ 2020 ਦੇ ਵਿੱਚ ਮਲਟੀਵਿਟਾਮਿਨ ਦੀ ਸੇਲ ਆ ਜਿਹੜੀ ਬਾਕੀ ਡਰੱਗਸ ਨਾਲੋਂ ਸਭ ਤੋਂ ਜ਼ਿਆਦਾ ਹੋਈ ਆ। ਤੁਸੀਂ ਸੋਚ ਸਕਦੇ ਹੋ ਬਾਕੀ ਇੰਨੇ ਡਰੱਗਸ ਹੈ ਐਂਡ ਮਲਟੀਵਿਟਾਮਿਨ ਕਰੋਨਾ ਵਾਲੇ ਦੌਰ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਵੱਧ ਵਿਕਿਆ 2020 ਦੇ ਵਿੱਚ, ਕਿਉਂਕਿ ਹਰ ਪਾਸੇ ਤੜਫਲੀ ਮੱਚ ਚੁੱਕੀ ਸੀਗੀ ਕਿ ਕਰੋਨਾ ਆ ਗਿਆ, ਕਰੋਨਾ ਆ ਗਿਆ, ਇਮਿਊਨਿਟੀਆਂ ਬੂਸਟ ਕਰ ਲਓ, ਇਹ ਕਰ ਲਓ, ਉਹ ਕਰ ਲਓ। ਲੋਕੀ ਇੱਕ ਖੀਰਾ ਕੱਟ ਕੇ, ਇੱਕ ਨਿੰਬੂ ਕੱਟ ਕੇ ਜਾਂ ਵਧੀਆ ਰੋਟੀ ਪਕਾ ਕੇ ਨਹੀਂ ਖਾਣਾ ਚਾਹੁੰਦੇ, ਬਿਕੋਜ਼ ਉਹਦੇ ਵਿੱਚ ਉਹ ਸਮਝਦੇ ਨੇ ਟਾਈਮ ਵੇਸਟ ਹੁੰਦਾ ਆ। ਉਹਨਾਂ ਲਈ ਬੜਾ ਈਜ਼ੀ ਆ, ਇੱਕ ਗੋਲੀ ਕੱਢੀ, ਪਾਣੀ ਦੇ ਨਾਲ ਖਾਤੀ, ਕੰਮ ਖਤਮ। ਜਦੋਂ ਉਹ ਗੋਲੀ ਪੂਰੀ ਪ੍ਰੋਪਰ ਹੈਲਥ, ਪ੍ਰੋਪਰ ਕੇਅਰ, ਪੂਰੀ ਪ੍ਰੋਪਰ ਇਮਿਊਨਿਟੀ ਦੀ ਗਰੰਟੀ ਦੇਂਦੀ ਹੋਵੇ। ਕੋਈ ਚੱਕਰ ਨਹੀਂ ਕਿ ਤੁਹਾਨੂੰ ਕਿਹੜੀ ਡੈਫੀਸ਼ੀਐਂਸੀ ਆ, ਕੋਈ ਚੱਕਰ ਨਹੀਂ ਤੁਹਾਨੂੰ ਕਿਹੜੀ ਬਿਮਾਰੀ ਆ, ਕੋਈ ਚੱਕਰ ਨਹੀਂ ਤੁਹਾਨੂੰ ਤੁਹਾਡੀ ਡਾਈਟ ਦੇ ਵਿੱਚ ਕਿਹੜੇ ਸਪਲੀਮੈਂਟ ਦੀ ਘਾਟ ਆ। ਸਪਲੀਮੈਂਟ ਕੰਪਨੀਆਂ ਹਮੇਸ਼ਾ ਤੁਹਾਡੇ ਪਿੱਛੇ ਤੁਹਾਨੂੰ ਥਾਪੜਾ ਦੇਣ ਲਈ ਤਿਆਰ ਨੇ ਜੇ ਤੁਸੀਂ ਉਹਨਾਂ ਦੀ ਇੱਕ ਅੱਧੀ ਸ਼ੀਸ਼ੀ ਲੈਣ ਲਈ ਤਿਆਰ ਜੇ। ਨਿਆਣਿਆਂ ਵਾਸਤੇ ਉਹਨਾਂ ਨੇ ਗਮੀ ਬੀਅਰਸ ਬਣਾਤੀਆਂ, ਠੀਕ ਆ। ਜਿਹੜੇ ਵੱਡੇ ਨੇ ਉਹਨਾਂ ਵਾਸਤੇ ਉਹਨਾਂ ਵਿਟਾਮਿਨ ਕਾਫੀ ਬਣਾਤੀ ਜੀ, ਵਿਟਾਮਿਨ ਈ ਸਿਗਰਟ ਆ ਗਈ, ਵਿਟਾਮਿਨ ਵੋਡਕਾ ਆ ਗਈ। ਦੱਸੋ ਹੁਣ ਜਿਹੜੀ ਕੰਪਨੀ ਇਹ ਅਸ਼ੋਰ ਕਰਦੀ ਆ ਕਿ ਹਾਂ ਭਈ ਸਾਡੀ ਆਹ ਚੀਜ਼ ਹੈਲਦੀ ਆ, ਉਹ ਐਲਕੋਹਲ ਦੇ ਨਾਲ ਆਪਣਾ ਸਪਲੀਮੈਂਟ ਦਊਗੀ। ਸਿੰਪਲ ਇੱਕ ਚੀਜ਼ ਆ, ਉਹਨਾਂ ਨੂੰ ਕੋਈ ਮਤਲਬ ਨਹੀਂ
ਕਿ ਹਾਂ ਬਈ ਤੁਸੀਂ ਹੈਲਦੀ ਹੋਵੋ ਜਾਂ ਨਾ ਹੋਵੋ, ਉਹਨਾਂ ਨੂੰ ਇੱਕੋ ਚੀਜ਼ ਨਾਲ ਮਤਲਬ ਆ ਕਿ ਉਹਨਾਂ ਦਾ ਪ੍ਰੋਫਿਟ ਹੋਣਾ ਚਾਹੀਦਾ ਆ। ਐਂਡ ਕਿਵੇਂ ਉਹ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਯੰਗਸਟਰਸ ਤੱਕ ਹਰ ਇੱਕ ਬੰਦੇ ਨੂੰ ਟਾਰਗੇਟ ਕਰ ਸਕਣ। ਕੀ ਤੁਹਾਨੂੰ ਵਿਟਾਮਿਨ ਲੈਣੇ ਚਾਹੀਦੇ ਨੇ ਜਾਂ ਕੀ ਤੁਹਾਨੂੰ ਉਹਨਾਂ ਦੀ ਲੋੜ ਆ? ਦੋਵਾਂ ਦੇ ਵਿੱਚ ਹੀ ਬੜਾ ਡਿਫਰੈਂਸ ਆ। ਚਲੋ ਜੀ ਫਿਰ ਜਾਂਦੇ ਆ ਉਸੇ ਹੀ ਬੈਟਮੈਨ ਤੇ ਰੋਬਿਨ ਨਾਲ ਹੀ ਐਗਜ਼ਾਮਪਲ ਦੇ ਉੱਤੇ। ਹੁਣ ਹਮੇਸ਼ਾ ਬੈਟਮੈਨ ਨੂੰ ਰੋਬਿਨ ਦੀ ਲੋੜ ਨਹੀਂ ਪੈਂਦੀ, ਠੀਕ ਹੈ। ਕਈ ਵਾਰੀ ਬੈਟਮੈਨ ਇਕੱਲਾ ਜਾ ਕੇ ਵੀ ਸਾਰੇ ਕੇਸਿਸ ਨੂੰ ਸੋਲਵ ਕਰ ਸਕਦਾ ਆ, ਉਹ ਆਰਾਮ ਨਾਲ ਕਰ ਸਕਦਾ ਆ। ਬੈਟਮੈਨ ਹੈ ਜੀ ਤੁਹਾਡਾ ਭੋਜਨ। ਜੇ ਬੈਟਮੈਨ ਹੋਰ ਤਗੜਾ ਹੋ ਜੇ, ਉਹ ਹੋਰ ਬਿਮਾਰੀਆਂ ਨਾਲ ਲੜ ਸਕਦਾ ਆ। ਉਹ ਆ ਜੀ ਜੇ ਤੁਸੀਂ ਆਪਣੇ ਭੋਜਨ ਨੂੰ ਹੋਰ ਹੈਲਦੀ ਕਰ ਲਓ। ਕਦੀ ਵੀ ਕਿਸੇ ਨੂੰ ਪੁੱਛਿਓ ਕਿ ਇਹ ਵਿਟਾਮਿਨ ਸੀ ਆ, ਇਹਦੇ ਵਿੱਚ ਤੇ ਕੈਮੀਕਲਸ ਆ, ਨਹੀਂ ਜੀ, ਇਹ ਨੈਚੁਰਲੀ ਬਣੇ ਆ। ਇਹ ਵੇਚਦੇ ਕਿੱਦਾਂ ਨੇ? ਤੁਹਾਨੂੰ ਮੈਂ ਫਿਰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ। ਇਹ ਕਹਿੰਦੇ ਆ ਕਿ ਅੱਜ ਕੱਲ੍ਹ ਦੀ ਡਾਈਟ ਦੇ ਵਿੱਚ ਬੜੇ ਜ਼ਿਆਦਾ ਕੈਮੀਕਲਸ ਆ। ਮੰਨ ਲਓ ਜੇ ਤੁਸੀਂ ਸੰਤਰਾ ਲੈਣ ਦਾ, ਸੰਤਰਾ ਹਾਈਬ੍ਰਿਡ ਆ, ਸੰਤਰੇ ਨੂੰ ਟੀਕੇ ਲੱਗੇ ਨੇ, ਸੰਤਰੇ ਨੂੰ ਖਾਦਾਂ ਪਈਆਂ ਨੇ, ਸੰਤਰਾ ਨਾ ਖਾਓ। ਤੇ ਬੰਦਾ ਪੁੱਛੇ ਤੁਹਾਡੀ ਜਿਹੜੀ ਫੈਕਟਰੀ ਦੇ ਵਿੱਚੋਂ ਘੁੰਮ ਕੇ ਆਉਂਦਿਆ ਉਹ ਵੀ ਅੱਜ ਵਾਲਾ ਹੀ ਸੰਤਰਾ ਹੈ ਕਿ ਉਹ 500 ਸਾਲ ਪਿਛਲਾ ਸੰਤਰਾ ਹੈ? ਪਲੱਸ ਉਹਦੇ ਵਿੱਚ ਹੋਰ ਕੈਮੀਕਲਸ ਪੈ ਰਹੇ ਆ। ਕਿਸੇ ਵੀ ਬੰਦੇ ਨੂੰ, ਕਿਸੇ ਵੀ ਸੇਲਸ ਵਾਲੇ ਬੰਦੇ ਨੂੰ ਜਿਹੜਾ ਵੀ ਤੁਹਾਨੂੰ ਵੇਚਣ ਆਉਂਦਾ, ਉਹਨੂੰ ਇੱਕ ਸੰਤਰਾ ਫੜਾ ਦਿਓ, ਉਹਨੂੰ ਕਹੋ ਆਹ ਸ਼ੀਸ਼ੇ ਵਾਲਾ ਕੈਪਸੂਲ ਬਣਾ ਦੇ ਮੈਨੂੰ ਮੇਰੇ ਸਾਹਮਣੇ। ਜੇ ਨੈਚੁਰਲ ਆ ਤੇ ਸਾਹਮਣੇ ਬਣਾ, ਜੇ ਨੈਚੁਰਲ ਆ ਤੇ ਮੇਰੀ ਅੱਖਾਂ ਮੂਹਰੇ ਬਣਾ। ਕਿਉਂ ਇਹਨੂੰ ਤੂੰ ਲੈ ਕੇ ਜਾਣਾ? ਐਂਡ ਜਿੰਨੀਆਂ ਵੀ ਇਹ ਕੰਪਨੀਆਂ ਨੇ, ਤੁਹਾਨੂੰ ਕੀ ਲੱਗਦਾ ਉੱਥੇ ਹਕੀਮ ਬੈਠੇ ਨੇ ਲੂਣ ਘੋਟਣਾ ਲੈ ਕੇ ਕਿ ਐਂ ਘੋਟਣ ਡਏ ਆ ਤੇ ਫਿਰ ਉਹਨੂੰ ਐਂ ਗੋਲੀਆਂ ਬਣਾ ਬਣਾ ਕੇ ਛੱਡਣ ਡਏ ਆ? ਨਹੀਂ ਜੀ, ਉੱਥੇ ਮਸ਼ੀਨਸ ਨੇ, ਉੱਥੇ ਸਾਰਾ ਕੁਛ ਆ, ਉੱਥੇ ਲਾਰਜ ਸਕੇਲ ਉੱਤੇ ਪ੍ਰੋਡਕਸ਼ਨ ਹੁੰਦੀ ਆ। ਕੁਛ ਵੀ ਉੱਥੇ ਨੈਚੁਰਲੀ ਨਹੀਂ ਹੁੰਦਾ। ਜੇ ਨੈਚੁਰਲ ਹੋਵੇ ਤੇ ਉਹਦੀ ਸ਼ੈਲਫ ਲਾਈਫ ਘੱਟ ਹੋਵੇ, ਜੇ ਨੈਚੁਰਲ ਹੋਵੇ ਤੇ ਉਹ ਜਲਦੀ ਖਰਾਬ ਹੋਵੇ। ਇੱਕ ਸਟੱਡੀ ਹੋਈ ਇਹਦੇ ਉੱਤੇ 1997 ਤੋਂ ਲੈ ਕੇ 2011 ਤੱਕ। ਉਹਨਾਂ ਇਹ ਵੇਖਿਆ ਕਿ ਜਿਹੜੇ ਲੋਕੀ ਵਿਟਾਮਿਨਸ ਖਾਂਦੇ ਉਹਨਾਂ ਨੂੰ ਕੋਈ ਫਾਇਦਾ ਹੁੰਦਾ ਵੀ ਆ ਕਿ ਨਹੀਂ ਹੁੰਦਾ। 14,000 ਬੰਦਿਆਂ ਨੇ ਇਸ ਸਟੱਡੀ ਦੇ ਵਿੱਚ ਪਾਰਟਿਸਿਪੇਟ ਕੀਤਾ। ਉਹਨਾਂ ਨੇ ਉਹਨਾਂ ਗਰੁੱਪਸ ਨੂੰ ਡਿਵਾਈਡ ਕਰ ਦਿੱਤਾ ਆਪਸ ਦੇ ਵਿੱਚ। ਉਹਨਾਂ ਨੇ ਇੱਕ ਨੂੰ ਦਿੱਤੀ ਮਲਟੀਵਿਟਾਮਿਨ, ਇੱਕ ਗਰੁੱਪ ਨੂੰ ਦਿੱਤੀ ਮਲਟੀਵਿਟਾਮਿਨ ਦੀਆਂ ਗੋਲੀਆਂ, ਐਂਡ ਦੂਜੇ ਗਰੁੱਪ ਨੂੰ ਦਿੱਤੇ ਸਿਰਫ ਖਾਲੀ ਕੈਪਸੂਲ। ਉਹਨਾਂ ਨੂੰ ਦੱਸਿਆ ਨਹੀਂ ਸੀ, ਉਹਨੂੰ ਕਹਿੰਦੇ ਆ ਡਮੀ ਪਿਲ, ਜਿਹਦੇ ਵਿੱਚ ਕੁਝ ਵੀ ਨਹੀਂ ਹੁੰਦਾ, ਖਾਲੀ ਹੁੰਦਾ ਆ। ਉਹਨਾਂ ਜਿਨ੍ਹਾਂ ਨੂੰ ਦਿੱਤੀਆਂ ਮਲਟੀਵਿਟਾਮਿਨਸ ਉਹਨਾਂ ਦੇ ਵਿੱਚ ਤੇ ਜਿਨ੍ਹਾਂ ਨੂੰ ਦਿੱਤੀਆਂ ਸਿਰਫ ਖਾਲੀ ਗੋਲੀਆਂ, ਖਾਲੀ ਕੈਪਸੂਲ ਵਿੱਚ ਕੁਝ ਨਹੀਂ ਸੀ, ਉਹਨਾਂ ਦੋਵਾਂ ਦੇ ਬਰਾਬਰ ਦੇ ਰਿਜ਼ਲਟ ਆਏ। ਕਿਉਂ ਬਰਾਬਰ ਦੇ ਰਿਜ਼ਲਟ ਆਏ? ਕਿਉਂਕਿ ਜਦੋਂ ਇੱਕ ਬੰਦਾ ਇਹੋ ਜੀ ਗੋਲੀ ਖਾਣੀ ਸ਼ੁਰੂ ਕਰਦਾ ਹੈ, ਜਦੋਂ ਇਹੋ ਜੀ ਕੋਈ ਚੀਜ਼ ਲੈਣੀ ਸ਼ੁਰੂ ਕਰਦਾ ਹੈ, ਉਹ ਆਪਣੇ ਲਾਈਫ ਸਟਾਈਲ ਨੂੰ ਵੀ ਥੋੜਾ ਜਿਹਾ ਇੰਪਰੂਵ ਕਰ ਦਿੰਦਾ ਹੈ, ਠੀਕ ਹੈ। ਉਹ ਥੋੜਾ ਬਹੁਤ ਸਲਾਦ, ਚੱਜ ਨਾਲ ਰੋਟੀ ਪਾਣੀ, ਸਾਰਾ ਕੁਝ ਚੱਜ ਨਾਲ ਖਾਣਾ ਸ਼ੁਰੂ ਕਰ ਦਿੰਦਾ ਆ। ਕਿਉਂਕਿ ਉਹਨੂੰ ਲੱਗਦਾ ਹੈ ਕਿ ਉਹਨੇ ਆ ਗੋਲੀਆਂ ਖਾਧੀਆਂ ਨੇ ਤੇ ਉਹਦਾ ਹੈਲਥ ਵੱਲ ਧਿਆਨ ਆ, ਜਾਂ ਜਿਹੜੇ ਬੰਦੇ ਦਾ ਹੈਲਥ ਵੱਲ ਥੋੜਾ ਜਿਹਾ ਵੀ ਧਿਆਨ ਹੋਵੇ ਉਹ ਬੰਦਾ ਇਹਨਾਂ ਦੇ ਝਾਂਸੇ ਦੇ ਵਿੱਚ ਜਲਦੀ ਆਉਂਦਾ ਆ। ਹੁਣ ਤੁਸੀਂ ਕਹਿਣਾ ਕਿ ਚੱਲ ਯਾਰ ਮਲਟੀਵਿਟਾਮਿਨ ਵਾਲੇ ਤਾਂ ਠੀਕ ਹੋ ਗਏ, ਦੂਜੇ ਕਿਵੇਂ ਠੀਕ ਹੋ ਗਏ? ਉਹਨੂੰ ਕਹਿੰਦੇ ਆ ਜੀ ਵਹਿਮਾਂ ਦਾ ਇਲਾਜ ਕੋਈ ਨਹੀਂ। ਸਾਡੇ ਘਰ ਟੂਣਾ ਕਰਨ ਵਾਲੇ ਆਉਂਦੇ ਹੁੰਦੇ ਸਨ, ਸਾਡੇ ਘਰ ਜੋਗੀ ਆਉਂਦੇ ਹੁੰਦੇ ਸਨ, ਉਹ ਗਿੱਦੜ ਸਿੰਘੀ ਫੜਾ ਜਾਂਦੇ ਹੁੰਦੇ ਸਨ, ਉਹ ਸੁੱਚਾ ਮੋਤੀ ਫੜਾ ਜਾਂਦੇ ਹੁੰਦੇ ਸਨ, ਉਹ ਹੋਰ ਕੋਈ ਬਦਬਲਾ ਐਂ ਹੀ ਥੱਲਿਓਂ ਮਿੱਟੀ ਫੜ ਕੇ ਫੂਕ ਮਾਰ ਕੇ ਫੜਾ ਜਾਂਦੇ ਹੁੰਦੇ ਸਨ। ਜਵਾਕਾਂ ਨੂੰ ਭੂਤ ਦਿਖਣੇ ਬੰਦ ਹੋ ਜਾਂਦੇ ਸੀ, ਘਰ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਨ। ਸਾਡੀ ਬੀਬੀ ਦਾ ਗੁੱਟ ਫੜ ਕੇ 5 ਮਿੰਟ ਕਰਕੇ ਚੱਲ ਜਾਂਦੇ ਹੁੰਦੇ ਸਨ, ਬੇਬੇ ਦਾ ਬੀਪੀ ਵੱਧ ਘੱਟ ਹੋਣਾ ਬੰਦ ਹੋ ਜਾਂਦਾ ਸੀ। ਦਾੜ ਦੀ ਪੀੜ ਬੰਨ ਦਿੰਦੇ ਅਗਲੇ, ਸਿਰ ਪੀੜ ਸਾਰੀ ਸਾਰੀ ਉਮਰ ਨਹੀਂ ਹੁੰਦੀ। ਉਹ ਹੁੰਦਾ ਹੈ ਜੀ ਵਹਿਮ। ਇੱਕ ਵਾਰੀ ਇੱਕ ਬੰਦੇ ਦਾ ਕਿਸੇ ਚੀਜ਼ ਉੱਤੇ ਵੀ ਯਕੀਨ ਵੱਜ ਜੇ, ਠੀਕ ਆ, ਉਹ ਬੰਦਾ ਯਕੀਨ ਦੇ ਨਾਲ ਹੀ ਠੀਕ ਹੋਣ ਲੱਗ ਪੈਂਦਾ। ਇਹਨੂੰ ਕਹਿੰਦੇ ਆ ਪਲੇਸੀਬੋ ਇਫੈਕਟ। ਬਾਕੀ ਦੇ ਜਿਹੜੇ ਹੋਏ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਗੋਲੀਆਂ ਖਾਲੀ ਨੇ। ਉਹਨਾਂ ਨੂੰ ਇਹ ਲੱਗਦਾ ਰਿਹਾ ਕਿ ਅਸੀਂ ਆਹ ਚੀਜ਼ ਖਾ ਰਹੇ ਹਾਂ, ਐਂਡ ਉਹਨਾਂ ਨੂੰ ਦੱਸਿਆ ਗਿਆ ਸੀ ਇਹਦੇ ਨਾਲ ਆਹ ਚੀਜ਼ ਦਾ ਫਰਕ ਪਊਗਾ। ਜਦੋਂ ਉਹਨਾਂ ਦੇ ਦਿਮਾਗ ਵਿੱਚ ਉਹਨਾਂ ਨੇ ਉਹ ਵਾਲੀ ਚੀਜ਼ ਬਿਠਾ ਲਈ, ਉਹਨਾਂ ਨੂੰ ਓਬਵੀਅਸਲੀ ਅਸਰ ਹੋਣਾ ਸ਼ੁਰੂ ਹੋ ਗਿਆ। ਹੁਣ ਤੁਸੀਂ ਇੱਥੇ ਫੇਰ ਜਿੱਦ ਸਕਦੇ ਜੇ ਕਿ ਫਿਰ ਭਾਈ ਨੁਕਸਾਨ ਕੀ? ਜੇ ਇੱਕ ਗੋਲੀ ਦੇ ਨਾਲ ਬੰਦਾ ਠੀਕ ਹੋਣ ਡਿਆ ਆ ਤੇ ਤੈਨੂੰ ਕੀ ਵਿਫਤਾ ਪੈਣ ਡਈ ਆ? ਤੂੰ ਕਿਉਂ ਆਣ ਕੇ ਸਕਰੀਨ ਦੇ ਉੱਤੇ ਬੋਲਣ ਡਿਆ ਹੈ? ਹੁਣ ਦੇ ਸਾਰਿਆਂ ਨੂੰ ਠੀਕ। ਮੈਂ ਇਸ ਕਰਕੇ ਬੋਲਣ ਡਿਆ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਈਡ ਇਫੈਕਟ ਵੀ ਕਾਜ਼ ਕਰਦੀਆਂ ਨੇ। ਮੈਂ ਉਹਨਾਂ ਵਕਤ ਨਹੀਂ ਆ ਜਿਹੜੇ ਆਣ ਕੇ ਕਹਿੰਦੇ ਆ ਕਿ ਹਾਂ ਵੀ ਕੋਈ ਸਾਈਡ ਇਫੈਕਟ ਨਹੀਂ, ਜਿੰਨੇ ਮਰਜ਼ੀ ਖਾ ਲਓ। ਹੁਣ ਇਹਨਾਂ ਦੇ ਸਾਈਡ ਇਫੈਕਟ ਤੁਹਾਨੂੰ ਦੱਸਦਾ ਆ। 2011 ਦੇ ਵਿੱਚ ਇੱਕ ਸਟੱਡੀ ਕੰਡਕਟ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਔਰਤਾਂ ਮਲਟੀਵਿਟਾਮਿਨ ਲੈਂਦੀਆਂ ਨੇ ਉਹਨਾਂ ਦੀ ਮਰਨ ਦੀ ਗਿਣਤੀ ਜ਼ਿਆਦਾ ਆ, ਠੀਕ ਹੈ, ਜਿਹੜੀਆਂ ਕੁੜੀਆਂ ਮਲਟੀਵਿਟਾਮਿਨਸ ਨਹੀਂ ਲੈਂਦੀਆਂ। ਮਤਲਬ ਕਿ ਜਿਹੜੇ ਬੰਦੇ ਤੁਹਾਨੂੰ ਇਹ ਗਰੰਟੀ ਦਿੰਦੇ ਆ ਕਿ ਇਹਦੇ ਨਾਲ ਤੁਹਾਡੀਆਂ ਉਮਰਾਂ ਲੰਬੀਆਂ ਹੋਣਗੀਆਂ, ਦਰਅਸਲ ਉਦੋਂ ਉਲਟ ਹੋ ਰਿਹਾ ਆ। ਦੂਜੀ ਸਟੱਡੀ ਨੇ 2020 ਦੇ ਵਿੱਚ ਜਿਹੜੀ ਕੰਡਕਟ ਕੀਤੀ, ਉਹਨੇ ਇਹ ਦੱਸਿਆ ਕਿ ਜਿਹੜੇ ਮੇਲਸ ਲੈਂਦੇ ਆ ਜ਼ਿਆਦਾ ਮਲਟੀਵਿਟਾਮਿਨਸ, ਉਹਨਾਂ ਨੂੰ ਪ੍ਰੋਸਟੇਟ ਕੈਂਸਰ ਜ਼ਿਆਦਾ ਹੁੰਦਾ ਆ ਬਜਾਏ ਉਹਨਾਂ ਦੇ ਜਿਹੜੇ ਨਹੀਂ ਲੈਂਦੇ।
ਵਿਟਾਮਿਨ ਏ ਤੇ ਵਿਟਾਮਿਨ ਡੀ ਦੀਆਂ ਹਾਈ ਡੋਸੇਜ ਜਿਹੜੇ ਲੈਂਦੇ ਆ ਓਵਰਡੋਜ਼, ਬਿਕੋਜ਼ ਇੰਨਾ ਕੋਈ ਲਿਖਿਆ ਨਹੀਂ ਹੁੰਦਾ, ਇੰਨਾ ਕੋਈ ਇਹਨੂੰ ਸੀਰੀਅਸ ਨਹੀਂ ਲੈਂਦਾ। ਜੇ ਕੋਈ ਵੀ ਓਵਰਡੋਜ਼ ਲੈਂਦਾ ਆ ਉਹਨਾਂ ਦੇ ਵਿੱਚ ਕੈਂਸਰ ਹੋਣ ਦੇ ਚਾਂਸਸ ਆ ਜਿਹੜੇ ਉਹ ਵੱਧ ਜਾਂਦੇ ਨੇ। ਉਸੇ ਦੇ ਨਾਲ ਨਾਲ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਵੀ ਜ਼ਿਆਦਾ ਵੱਧਦੀਆਂ। ਐਂਡ ਜਿਵੇਂ ਕਿ ਪਹਿਲਾਂ ਕਿਹਾ ਆ, ਔਰਤਾਂ ਵਾਲੀ ਸਟੱਡੀ ਦੇ ਵਿੱਚ ਤੁਹਾਡੀ ਉਮਰ ਵੀ ਘਟਦੀ ਆ ਜ਼ਿਆਦਾ ਗੋਲੀਆਂ ਖਾਣ ਦੇ ਨਾਲ, ਬਿਕੋਜ਼ ਕਿਤੇ ਨਾ ਕਿਤੇ ਹੈਗੇ ਤੇ ਕੈਮੀਕਲ ਸਹੀ ਆ। ਅਤੇ ਇਸ ਦੇ ਨਾਲ ਨਾਲ ਇਸ ਚੀਜ਼ ਦੇ ਵੀ ਸਬੂਤ ਹੈਗੇ ਆ ਕਿ ਜਿਹੜੇ ਤੁਹਾਡੇ ਮਲਟੀ ਵਿਟਾਮਿਨਸ ਆ ਤੁਹਾਨੂੰ ਐਮਰਜੈਂਸੀ ਰੂਮ ਦੇ ਵਿੱਚ ਵੀ ਸ਼ਿਫਟ ਕਰ ਸਕਦੇ ਨੇ, ਜਿਹਨੂੰ ਤੁਸੀਂ ਮੈਡੀਕਲ ਐਮਰਜੈਂਸੀ ਰੂਮਸ ਕਹਿੰਦੇ ਨੇ। ਯੂਕੇ ਦੇ ਵਿੱਚ 23,000 ਬੰਦੇ ਜਾਂਦੇ ਆ ਐਮਰਜੈਂਸੀ ਰੂਮਸ ਦੇ ਵਿੱਚ, ਹਸਪੀਟਲਾਂ ਦੇ ਵਿੱਚ, ਬਿਕਾਜ਼ ਆਫ ਸਪਲੀਮੈਂਟਸ, ਜਿਨ੍ਹਾਂ ਵਿੱਚੋਂ ਕਈ ਸਪਲੀਮੈਂਟਸ ਪੋਇਜ਼ਨ ਦੇ ਵਾਂਗ ਵੀ ਤੁਹਾਡੀ ਬੋਡੀ ਦੇ ਨਾਲ ਰਿਐਕਟ ਕਰਦੇ ਆ। ਇੱਕ ਸਟੱਡੀ ਹੋਰ ਉਹਨਾਂ ਨੇ ਕੀਤੀ ਜਿਹਦੇ ਵਿੱਚ ਉਹਨਾਂ ਨੇ ਪਤਾ ਲੱਗਾ ਕਿ 20% ਜਿਹੜੇ ਤੁਹਾਡੇ ਲੀਵਰ ਟੌਕਸਿਸਿਟੀ ਆ, 20% ਜਿਹੜੇ ਕੇਸਿਸ ਆ ਉਹ ਸਪਲੀਮੈਂਟ ਦੀ ਵਜ੍ਹਾ ਦੇ ਨਾਲ ਆ ਰਹੇ ਆ। ਐਂਡ ਜਿਹੜੇ ਸਪਲੀਮੈਂਟ ਵੇਚਣ ਵਾਲੇ ਉਹ ਕੀ ਕਹਿੰਦੇ ਆ, ਆਹ ਲਓ ਜੀ ਇਹ ਤੁਹਾਡੀ ਲੀਵਰ ਨੂੰ ਡਿਟੌਕਸੀਫਾਈ ਕਰਦਾ ਆ, ਆਹ ਲਓ ਜੀ ਇਹ ਤੁਹਾਡੇ ਲੀਵਰ ਵਾਸਤੇ ਵਧੀਆ ਹੈ, ਇਹ ਜੀ ਠੰਡਾ ਹੁੰਦਾ ਆ, ਇਹ ਜੀ ਆ ਹੁੰਦਾ ਆ, ਇਹ ਜੀ ਆ ਹੁੰਦਾ ਆ। 20% ਲੀਵਰ ਟੌਕਸਿਸਿਟੀ ਦਾ ਜਿਹੜਾ ਜਿੰਮਾ ਆ ਉਹ ਸਪਲੀਮੈਂਟਸ ਨੂੰ ਗਿਆ ਆ ਜਦੋਂ ਹਸਪੀਟਲ ਵਾਲਿਆਂ ਨੇ ਰਿਪੋਰਟਾਂ ਟੈਸਟ ਕੀਤੀਆਂ ਐਂਡ ਕਲਾਇੰਟਸ ਦੇ ਨਾਲ ਗੱਲਬਾਤ ਕੀਤੀ। ਯੂਐਸ ਨੂੰ ਹਰ 24 ਮਿੰਟਾਂ ਵਿੱਚ ਇੱਕ ਕਾਲ ਆਉਂਦੀ ਆ ਸਪਲੀਮੈਂਟ ਪੋਇਜ਼ਨਿੰਗ ਦੇ ਨਾਲ ਰਿਲੇਟਡ ਕੇਸਿਸ ਦੀ, ਕਿ ਹਾਂ ਬਈ ਕਿਸੇ ਬੰਦੇ ਨੇ ਸਪਲੀਮੈਂਟ ਲਿਆ ਤੇ ਉਹਨੇ ਉਹਦੀ ਬਾਡੀ ਦੇ ਅੰਦਰ ਜਾ ਕੇ ਜ਼ਹਿਰ ਵਾਂਗ ਬਿਹੇਵ ਕੀਤਾ ਜਾਂ ਉਹਦੇ ਲਈ ਉਹ ਜਾਨਲੇਵਾ ਸਾਬਿਤ ਹੋਇਆ, ਜਿਹੜੇ ਇਹ ਦੱਸਦੇ ਨੇ ਕਿ ਬਿਲਕੁਲ ਹੀ ਨੈਚੁਰਲ ਨੇ। ਇਹ ਵਿਟਾਮਿਨ ਤੇ ਸਪਲੀਮੈਂਟਸ ਤੇ ਸਾਡੀ ਹੈਲਪ ਵਾਸਤੇ ਆ ਨਾ, ਬਟ ਉਹਦੀ ਬਜਾਏ ਇਹ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦੇ ਆ। ਪਰ ਤੁਸੀਂ ਨਾ ਡਰਿਓ, ਤੁਸੀਂ ਇਹ ਖਾਣੇ ਆ, ਠੀਕ ਹੈ, ਬਿਕਾਜ਼ ਪ੍ਰਭ ਸਰਾਏ ਪਾਗਲ ਆ। क्या माइला इतनी हेरा फेरी रे मैं तो ਤੇ ਜੇ ਇਹ ਖਤਰਨਾਕ ਨੇ ਤੇ ਸਟਿਲ ਇਹ ਤੁਹਾਨੂੰ ਇਦਾਂ ਹੀ ਸਾਹਮਣੇ ਸ਼ੈਲਫਾਂ ਉੱਤੇ ਪਏ ਕਿਵੇਂ ਮਿਲ ਜਾਂਦੇ ਨੇ, ਕਿਵੇਂ ਇਹ ਇਹਨਾਂ ਨੂੰ ਟੌਫੀਆਂ ਵਾਂਗ ਹੀ ਵੇਚੀ ਜਾ ਰਹੇ ਆ? ਕਿਉਂਕਿ ਜਿਹੜੀ ਸਪਲੀਮੈਂਟ ਦੀ ਮਾਰਕੀਟ ਆ, ਜਿਹੜੀ ਆ ਤੁਹਾਡੀ ਮਲਟੀਵਿਟਾਮਿਨ ਦੀ ਮਾਰਕੀਟ ਆ, ਇਹਦੇ ਉੱਤੇ ਤੁਹਾਨੂੰ ਕੋਈ ਪ੍ਰੈਸਕ੍ਰਿਪਸ਼ਨ ਨਹੀਂ ਚਾਹੀਦੀ, ਇਹਦੀ ਕੋਈ ਹੈ ਨਹੀਂ ਆ ਸੁਪਰਵਿਜ਼ਨ, ਹੈ ਨਹੀਂ ਆ ਕੁਛ ਨਹੀਂ, ਕੋਈ ਪ੍ਰੈਸਕ੍ਰਿਪਸ਼ਨ ਦੀ ਲੋੜ ਨਹੀਂ ਆ। ਤੁਸੀਂ ਫੜ ਕੇ ਸਾਰੀ ਸ਼ੀਸ਼ੀ ਹੱਥ ਉੱਤੇ ਪਾ ਕੇ ਸਾਰੀਆਂ ਗੋਲੀਆਂ ਖਾ ਲਓ, ਤੁਹਾਨੂੰ ਕਿਸੇ ਨੇ ਨਹੀਂ ਰੋਕਣਾ। ਤੁਸੀਂ ਆਪਣੇ ਘਰੇ ਇਹਨੂੰ ਰੱਖ ਸਕਦੇ ਜੇ, ਕੋਈ ਇਹਦੀ ਰੈਗੂਲੇਸ਼ਨ ਹੀ ਹੈ ਨਹੀਂ ਆ। ਕਈਆਂ ਦੇ ਉੱਤੇ ਤੇ ਮੈਂ ਵੇਖਿਆ ਲੇਬਲ ਤੱਕ ਨਹੀਂ ਲੱਗੇ ਹੁੰਦੇ ਕਿ ਹਾਂ ਵੀ ਕਿੰਨੀ mg ਡੋਸੇਜ ਤੁਸੀਂ ਕਿੰਨੇ ਖਾਣੀ ਆ। ਘਰ ਦਾ 1 ਜੀ ਮੰਨ ਲਓ 750 mg ਕਿਸੇ ਚੀਜ਼ ਦੀ ਡੋਸੇਜ ਆ, ਉਹ ਜਵਾਕ ਵੀ ਉਨੀ ਖਾਈ ਜਾ ਰਿਹਾ ਆ, ਵੱਡਾ ਬੁੱਢਾ ਵੀ ਉਨੀ ਖਾਈ ਜਾ ਰਿਹਾ ਆ, ਠੀਕ ਹੈ, ਜਿਹੜਾ ਕੰਸਟਰਕਸ਼ਨ ਦੇ ਕੰਮ ਉੱਤੇ ਜਾ ਰਿਹਾ ਉਹ ਵੀ ਉਨੀ ਖਾਈ ਜਾ ਰਿਹਾ। ਕੋਈ ਰੈਗੂਲੇਸ਼ਨ ਹੀ ਹੈ ਨਹੀਂ ਆ ਕਿ ਹਾਂ ਬਈ ਬੱਚੇ ਨੂੰ ਇੰਨੀ ਦੇਣੀ ਆ, ਇਹਨੂੰ ਇੰਨੀ ਦੇਣੀ ਆ। ਨੋ ਇਨਸਟਰਕਸ਼ਨਸ। ਤੁਹਾਨੂੰ ਕਦੀ ਇਹੋ ਹੀ ਨਹੀਂ ਪਤਾ ਲੱਗਦਾ ਕਿ ਇੱਕ ਸੇਫ ਲਿਮਿਟ ਹੈਗੀ ਕਿੰਨੀ ਆ। ਕੀ ਤੁਹਾਨੂੰ ਦਿਹਾੜੀ ਦੀ 1 ਗੋਲੀ ਖਾਣੀ ਚਾਹੀਦੀ ਜਾਂ 2? ਕੀ ਵੱਡੇ ਨੂੰ 2 ਦੇਣੀਆਂ ਜਾਂ ਛੋਟੇ ਨੂੰ 1? ਤੁਹਾਨੂੰ ਪਤਾ ਹੀ ਨਹੀਂ ਆ। ਕੀ ਇਹਨੂੰ ਲਗਾਤਾਰ ਲੈ ਸਕਦੇ ਜਾਂ ਹਰ ਮਹੀਨੇ ਬਾਅਦ ਇੱਕ ਪੌਜ਼ ਦੇਣਾ ਜਾਂ ਹਫਤੇ ਬਾਅਦ ਪੌਜ਼ ਦੇਣਾ ਜਾਂ 2 ਮਹੀਨਿਆਂ ਬਾਅਦ ਇਹਨੂੰ ਖਾਣਾ ਛੱਡਣਾ ਆ? ਕੁਛ ਨਹੀਂ ਲਿਖਿਆ ਹੁੰਦਾ ਲੇਬਲ ਦੇ ਉੱਤੇ। ਮਲਟੀਵਿਟਾਮਿਨਸ ਇਕੱਲੇ ਨਹੀਂ ਜੀ ਵਿਕਦੇ, ਮਲਟੀਵਿਟਾਮਿਨਸ ਵੇਚਦੇ ਨੇ ਮੇਰੇ ਵਰਗੇ ਟ੍ਰੇਨਰਸ, ਅਸੀਂ ਨਹੀਂ ਵੇਚਦੇ। ਐਂਡ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਮਲਟੀਵਿਟਾਮਿਨ ਗੋਲੀਆਂ ਛੋਲੀਆਂ ਤੋਂ ਬਿਨਾਂ ਆਪਣੀ ਫਿਟਨੈਸ ਜਿਹੜੀ ਉਹਨੂੰ ਅਚੀਵ ਕਰਨਾ ਆ, ਹੈਲਦੀ ਹੋਣਾ ਹੈ, ਤੇ ਬਿਸਤਰੇ ਤੋਂ ਉੱਠਣਾ ਪੈਣਾ, ਐਂਡ ਜੇ ਤੁਸੀਂ ਉੱਠਣ ਲਈ ਤਿਆਰ ਜੇ ਤੇ ਡਾਊਨਲੋਡ ਕਰੋ ਜੀ ਸਾਡੀ ਐਪ। ਬੜੇ ਹੀ ਕਿਫਾਇਤੀ ਰੇਟਸ ਦੇ ਉੱਤੇ ਅਸੀਂ ਪਲਾਨ ਦਿੰਦੇ ਆ, ਮਹੀਨੇ ਦਰ ਮਹੀਨੇ ਤੁਹਾਡੀਆਂ ਕਿਸ਼ਤਾਂ ਕੱਟਾਂਗੇ, ਬਟ ਕੰਡੀਸ਼ਨ ਇਹ ਆ ਦਵਾਂਗੇ ਤੁਹਾਨੂੰ ਇੰਡੀਅਨ ਫੂਡ ਹੀ, ਠੀਕ ਹੈ, ਨਾਲ ਮਿਕਸਅਪ ਵੀ ਕਰ ਦਾਂਗੇ ਥੋੜਾ ਜਿਹਾ ਅੰਗਰੇਜ਼ੀ, ਤੁਸੀਂ ਆਪਣੇ ਮੀਲਸ ਸਾਡੇ ਕੋਲੋਂ ਚੇਂਜ ਵੀ ਕਰਵਾ ਸਕਦੇ ਜੇ। ਪਰ ਕੰਡੀਸ਼ਨ ਫਿਰ ਇਹੀ ਆ ਕਿ ਤੁਹਾਨੂੰ ਐਕਸਰਸਾਈਜ਼ ਕਰਨੀ ਪੈਣੀ ਆ, ਬਿਕੋਜ਼ ਅਸੀਂ ਝੂਠ ਦੇ ਵਿੱਚ ਸੌਦਾ ਨਹੀਂ ਕਰਦੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਆ ਕਿ ਜੇ ਤਨ ਦੇ ਉੱਤੇ ਤੰਦਰੁਸਤੀ ਤੇ ਮੁਖੜੇ ਦੇ ਉੱਤੇ ਮੁਸਕਰਾਹਟ ਕਾਇਮ ਰੱਖਣੀ, 2 ਬੰਦਿਆਂ ਦਾ ਸਾਥ ਜ਼ਿੰਦਗੀ 'ਚ ਕਦੀ ਨਾ ਛੱਡਿਓ, ਪਹਿਲਾ ਰੱਬ ਤੇ ਦੂਜਾ ਪ੍ਰਭ। ਰੱਬ ਦੇ ਨਾਲ ਤੁਸੀਂ ਧੁਰੋਂ ਹੀ ਜੁੜੇ ਹੋਏ ਜੇ, ਪ੍ਰਭ ਦੀ ਸਬਸਕ੍ਰਿਪਸ਼ਨ ਬਾਏ ਕਰਨ ਵਾਸਤੇ ਐਪ ਨੂੰ ਡਾਊਨਲੋਡ ਕਰੋ ਜੀ, ਇੰਸਟਾਗ੍ਰਾਮ ਉੱਤੇ ਮੈਸੇਜ ਕਰੋ ਜੀ, ਬਿਕੋਜ਼ ਅਸੀਂ ਗੱਲਬਾਤ ਕੀਤੇ ਤੋਂ ਪਹਿਲਾਂ ਪਲਾਨ ਨਹੀਂ ਦਿੰਦੇ। ਚੱਲਦੇ ਹਾਂ ਅੱਗੇ ਵੀਡੀਓ ਵੱਲ। ਇਹ ਸਪਲੀਮੈਂਟਸ ਵਿਕਦੇ ਨੇ ਟ੍ਰੇਨਰਾਂ ਦੇ ਪਲਾਨਾਂ ਦੇ ਨਾਲ, ਡਾਈਟੀਸ਼ੀਅਨਸ ਦੇ ਪਲਾਨਾਂ ਦੇ ਨਾਲ, ਜਿਨ੍ਹਾਂ ਦੀ ਵਿੱਚ ਹੁੰਦੀ ਆ ਕਮਿਸ਼ਨ। ਉਹ ਕਹਿੰਦੇ ਆ ਵੀ ਹਾਂਜੀ ਬਈ ਆਹ ਚੀਜ਼ ਆ, ਇੱਥੋਂ ਪੂਰੀ ਨਹੀਂ ਹੋਣੀ, ਇੱਥੋਂ ਲਓ, ਬਿਕੋਜ਼ ਪਲਾਨ ਦਾ ਮੰਨ ਲਓ ਉਹਨੇ $100 ਤੁਹਾਡੇ ਕੋਲੋਂ ਲੈ ਲਿਆ, ਸਪਲੀਮੈਂਟ ਦਾ ਵੀ ਉਹਨੂੰ $30 ਮਿਲਣੇ ਆ, ਠੀਕ ਹੈ, BCA ਦੇ ਵੀ ਉਹਨੂੰ ਮਿਲਣੇ, ਆ ਵੀ ਮਿਲਣੇ, ਆ ਵੀ ਮਿਲਣੇ। ਇਹ ਚੀਜ਼ਾਂ ਸਨ ਬਣੀਆਂ ਸਪੋਰਟਸ ਪੀਪਲ ਲਈ, ਜਿਹੜੇ ਬੜੇ ਤਗੜੇ ਪੱਧਰ ਉੱਤੇ ਹੁੰਦੇ, ਐਂਡ ਉਹਨਾਂ ਦੇ ਸਪਲੀਮੈਂਟਸ ਕਾਸਟਲੀ ਹੁੰਦੇ ਆ, ਇੰਨੇ ਸਸਤੇ ਨਹੀਂ ਹੁੰਦੇ ਜਿੰਨੇ ਤੁਹਾਨੂੰ ਇਹ ਵਾਲੇ ਮਿਲ ਜਾਂਦੇ ਆ। ਸੋ ਹਮੇਸ਼ਾ ਆਪਣੇ ਟ੍ਰੇਨਰ ਨੂੰ ਇੱਕ ਗੱਲ ਕਹੋ, ਪਹਿਲਾਂ ਉਹਦੇ ਕੋਲੋਂ ਪਲਾਨ ਲੈ ਲਓ, ਫਿਰ ਉਹਨੂੰ ਕਹੋ ਨਹੀਂ ਵੀਰੇ ਮੈਂ ਸਪਲੀਮੈਂਟ ਨਹੀਂ ਖਾਣਾ, ਮੈਨੂੰ ਪੈਸੇ ਵਾਪਸ ਕਰ ਦੇ। ਤੁਹਾਨੂੰ ਤੁਹਾਡਾ ਉਹੀ ਟ੍ਰੇਨਰ, ਮੈਂ ਲਿਖ ਕੇ ਦੇ ਸਕਦਾ, ਉਹੀ ਟ੍ਰੇਨਰ ਕਹੂਗਾ ਕਿ ਓਕੇ ਜੀ ਤੁਹਾਡਾ ਮੈਂ ਸਾਰਾ ਕੁਝ ਡਾਈਟ ਦੇ ਵਿੱਚ ਐਡਜਸਟ ਕਰ ਦਿੰਦਾ। ਨਹੀਂ ਖਾਣੇ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ?
ਇੱਕ ਡਾਈਟੀਸ਼ੀਅਨ ਇੱਕ ਟ੍ਰੇਨਰ ਦਾ ਫਰਜ਼ ਬਣਦਾ ਆ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਵੈਲ ਬੈਲੈਂਸਡ ਡਾਈਟ ਚਾਰਟ ਬਣਾ ਕੇ ਦੇਵੇ ਐਂਡ ਹਮੇਸ਼ਾ ਆਪਣੇ ਟ੍ਰੇਨਰ ਨੂੰ ਮੈਂਸ਼ਨ ਕਰਿਆ ਕਰੋ ਕਿ ਯੂ ਡੋਂਟ ਵਾਂਟ ਟੂ ਬੀ ਅ ਬੋਡੀ ਬਿਲਡਰ, ਕਿ ਤੁਹਾਨੂੰ ਉਹ ਵਾਲੇ ਸਾਰੇ ਸਪਲੀਮੈਂਟ ਦਿੱਤੇ ਜਾਣ, ਠੀਕ ਹੈ। ਸੋ ਆਲਵੇਜ਼ ਇੱਕ ਵੈਲ ਬੈਲੈਂਸਡ ਡਾਈਟ ਚਾਰਟ ਚੋਂ ਲਓਗੇ, ਤੁਹਾਨੂੰ ਕਿਸੇ ਸਪਲੀਮੈਂਟ ਦੀ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਆ। ਹਾਂ, ਜਿਹੜੇ ਬੰਦੇ ਜਿਮ ਜਾਂਦੇ ਨੇ ਥੋੜ੍ਹਾ ਬਹੁਤ ਉਹ ਇੱਕ ਦੋ ਸਪਲੀਮੈਂਟ ਜਿਵੇਂ ਪ੍ਰੋਟੀਨ ਕ੍ਰੀਟੀਨ ਕੋਈ ਐਨਰਜੀ ਵਾਸਤੇ ਇਹ ਚੀਜ਼ਾਂ ਲੈ ਸਕਦੇ ਨੇ ਜੇ ਉਹ ਲੈਣਾ ਚਾਹੁਣ ਤੇ, ਅਦਰਵਾਈਜ਼ ਉਹਨਾਂ ਨੂੰ ਨੀਡ ਨਹੀਂ ਆ। ਬਹੁਤ ਸਾਰੇ ਕੇਸਾਂ ਦੇ ਵਿੱਚ ਜਦੋਂ ਜਾ ਕੇ ਸਪਲੀਮੈਂਟਸ ਉੱਤੇ ਰੇਡਾਂ ਪਈਆਂ ਤੇ ਉਹਨਾਂ ਨੇ ਇੱਕ ਚੀਜ਼ ਫਾਈਂਡ ਆਊਟ ਕੀਤੀ ਕਿ 70% ਸਪਲੀਮੈਂਟਸ ਆ ਜਿਹੜੇ, ਮੰਨ ਲਓ ਸਾਰੀ ਹੀ ਦੁਨੀਆ ਦੇ ਵਿੱਚੋਂ 70% ਸਪਲੀਮੈਂਟ ਉਹ ਵੇਚ ਰਹੇ ਆ, ਉਹ ਦਾਵਾ ਕਰ ਰਹੇ ਆ ਜੋ ਉਹਨਾਂ ਦੇ ਕੈਪਸੂਲਸ ਉਹਨਾਂ ਦੇ ਪਾਊਡਰ ਦੇ ਵਿੱਚ ਹੈ ਹੀ ਨਹੀਂ, ਮਤਲਬ ਕਿ ਫੇਕ ਐਡਵਰਟਾਈਜ਼ਮੈਂਟ ਕਰਨ ਦੇ ਆ। ਐਂਡ ਉਹਨਾਂ 70% ਵਿੱਚੋਂ ਹੀ ਕੁਝ ਅਜਿਹੇ ਵੀ ਸਨ ਜਿਨ੍ਹਾਂ ਦੇ ਵਿੱਚ ਅਡਲਟਰੇਸ਼ਨ, ਜਿਹਨੂੰ ਅਸੀਂ ਮਿਲਾਵਟ ਕਹਿ ਦਿੰਦੇ ਹਾਂ, ਮਿਲਾਵਟ ਕੀਤੀ ਹੋਈ ਸੀ। ਪਿੱਛੇ ਜੇ ਆਪਣਾ ਰਾਮਦੇਵ ਵੀ ਫੜਿਆ ਗਿਆ ਸੀ, ਉਹਨੂੰ 11 ਲੱਖ ਦਾ ਜੁਰਮਾਨਾ ਹੋਇਆ ਸੀ ਬਿਕੋਜ਼ ਉਹ ਜਿਹੜੀ ਚੀਜ਼ ਆਪਣੇ ਹਰਬਲ ਸਪਲੀਮੈਂਟਸ ਦੇ ਵਿੱਚ ਦੱਸਦਾ ਸੀ ਉਹ ਚੀਜ਼ਾਂ ਉਹਦੇ ਵਿੱਚ ਹੈ ਹੀ ਨਹੀਂ ਸਨ, ਲੇਬਲ ਹੀ ਗਲਤ ਲਾਏ ਸਨ। ਬਿਕੋਜ਼ ਫਿਰ ਕਿੰਨਾ ਕੋਈ ਰੈਗੂਲੇਸ਼ਨ ਹੀ ਨਹੀਂ ਆ, ਕੋਈ ਸੁਪਰਵਾਈਜ਼ ਕਰਨ ਵਾਲਾ ਹੀ ਹੈ ਨਹੀਂ ਆ। ਲੋਕਾਂ ਨੂੰ ਇਹ ਸਾਰੇ ਸਪਲੀਮੈਂਟ ਵੇਚੇ ਜਾਂਦੇ ਆ ਝੂਠ ਮਾਰ ਕੇ, ਡਰਾ ਕੇ ਕਿ ਹਾਂ ਬਈ ਜੇ ਤੁਸੀਂ ਆਹ ਨਾ ਖਾਦਾ ਤੁਹਾਨੂੰ ਪਤਾ ਨਹੀਂ ਕਿਹੜੀ ਕਮਜ਼ੋਰੀ ਆ ਜਾਊਗੀ। ਵੀਡੀਓ ਨੂੰ ਐਂਡ ਕਰਦਾ ਆ ਸਿਰਫ ਇੱਕੋ ਹੀ ਗੱਲ ਕਹਿ ਕੇ ਕਿ ਤੁਹਾਡੇ ਮਾਪੇ ਅੱਜ ਵੀ ਸਪਲੀਮੈਂਟਸ ਨਹੀਂ ਲੈਂਦੇ, ਤੁਹਾਡੇ ਆਂਢ ਗੁਆਂਢ ਅੱਜ ਵੀ ਸਪਲੀਮੈਂਟਸ ਨਹੀਂ ਲੈਂਦੇ, ਤੁਹਾਡੇ ਬਜ਼ੁਰਗ ਆ ਉਹ ਅੱਜ ਵੀ ਸਪਲੀਮੈਂਟਸ ਨਹੀਂ ਲੈਂਦੇ, ਉਹਨਾਂ ਦੀਆਂ ਉਮਰਾਂ ਤੁਹਾਡੇ ਨਾਲੋਂ ਜ਼ਿਆਦਾ ਵਧੀਆ ਹੈ। ਜਿਹੜੇ 90 ਮਾਡਲ ਆ ਮੇਰੇ ਵਰਗੇ 30 35 40 ਸਾਲਾਂ ਦੇ ਮਰਦੇ ਜਾ ਰਹੇ ਆ। ਬਟ ਜਿਹੜੇ ਸਾਡੇ ਬਜ਼ੁਰਗ ਆ ਜਿਨ੍ਹਾਂ ਕਦੀ ਗੋਲੀ ਨਹੀਂ ਖਾਧੀ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਦਿੰਦੇ ਆ ਕਿ ਲੈ ਬਾਪੂ ਹੁਣ ਤੂੰ ਬਿਮਾਰ ਹੈ ਖਾ ਲੈ, ਤੇ ਬਾਪੂ ਗਾੜੀਆਂ ਆਉਂਦਾ ਨਹੀਂ ਕੋਈ ਨਹੀਂ ਜ਼ੁਕਾਮ ਆ 5 ਦਿਨਾਂ ਬਾਅਦ ਆਪਣੇ ਆਪ ਠੀਕ ਹੋ ਜੂ, ਉਹਨਾਂ ਦੀ ਇਮਿਊਨਿਟੀ ਬੂਸਟ ਅਪ ਹੁੰਦੀ ਆ, ਉਹ ਜ਼ਿਆਦਾ ਉਮਰਾਂ ਵਧਾਉਂਦੇ ਆ ਆਪਣੀਆਂ। ਐਂਡ ਫਿਰ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਜੀ ਸਾਇੰਸ ਨੇ ਬੜੀ ਤਰੱਕੀ ਕਰ ਲਈ, ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ, ਅਤੇ ਤਰੱਕੀ ਜੇ ਕਰ ਲਈ ਹੈ ਤਾਂ ਸਾਡੀਆਂ ਉਮਰਾਂ ਛੋਟੀਆਂ ਕਿਉਂ, ਸਾਡੇ ਚਿਹਰਿਆਂ ਉੱਤੇ ਸਾਡੇ ਬਾਬਿਆਂ ਵਰਗਾ ਨੂਰ ਕਿਉਂ ਨਹੀਂ ਆ, ਸਾਡੇ ਕਿਉਂ ਜਵਾਨੀ ਵਿੱਚ ਹੀ ਗੋਡੇ ਦੁਖਦੇ ਫਿਰਦੇ ਆ ਆਫਟਰ ਸਾਇੰਸ ਦੀ ਇੰਨੀ ਤਰੱਕੀ ਵੀ। ਐਂਡ ਜੇ ਸਾਇੰਸ ਨੇ ਤਰੱਕੀ ਮੈਡੀਕਲ ਸਾਇੰਸ ਦੇ ਵਿੱਚ ਕੀਤੀ ਆ ਤੇ ਉਹਨੇ ਐਗਰੀਕਲਚਰਲ ਸਾਇੰਸ ਦੇ ਵਿੱਚ ਵੀ ਕੀਤੀ ਆ, ਉਹਨੇ ਬੂਟਿਆਂ ਦੀ ਜਿਹੜੀ ਕਿਸਮਾਂ ਨੂੰ ਵੀ ਜ਼ਿਆਦਾ ਨਿਖਾਰ ਕੇ ਲਿਆਂਦਾ ਹੈ, ਸਾਰਾ ਕੁਝ ਕੀਤਾ। ਐਂਡ ਉਹਨੂੰ ਕਹੀ ਜਾਂਦੇ ਉਧਰ ਕੈਮੀਕਲ ਪੈਣ ਡਏ ਆ, ਠੀਕ ਹੈ, ਜਿਹੜੀ ਚੀਜ਼ ਇੱਕ ਬੂਟੇ ਤੋਂ ਆਉਂਦੀ ਆ ਤੇ ਇਹ ਜਿਨ੍ਹਾਂ ਵਿੱਚ ਪੈਣ ਡੇ ਆ ਇਹਨਾਂ ਦੇ ਉਤਲੇ ਬੰਨੇ ਸਾਫ਼ ਹੀ ਇੱਕ ਪਰਦਾ ਪਾਇਆ, ਬਿਕੋਜ਼ ਫਿਰ ਕਹਿੰਦਾ ਹੈ ਸੁਪਰਵਿਜ਼ਨ ਕਰਨ ਵਾਲਾ ਕੋਈ ਨਹੀਂ ਹੈਗਾ। ਸੋ ਹੁਣ ਤੁਸੀਂ ਆਪ ਸੋਚੋ ਕਿ ਤੁਸੀਂ ਮੂਰਖ ਬਣੇ ਰਹਿਣਾ ਆ ਕਿ ਇੱਕ ਪੜ੍ਹੇ ਲਿਖੇ ਇਨਸਾਨ ਵਾਂਗ ਇੱਕ ਸੋਹਣੀ ਡਾਈਟ ਪਲਾਨ ਲੈਣੀ ਹੈ। ਐਂਡ ਇੱਕ ਸੋਹਣਾ ਡਾਈਟ ਪਲਾਨ ਬਣਾਉਣਾ ਕੋਈ ਵੀ ਔਖਾ ਨਹੀਂ ਹੈ। ਤੁਸੀਂ ਹਮੇਸ਼ਾ ਜਦੋਂ ਵੀ ਆਪਣੀ ਰੋਟੀ ਪਕਾਉਣੀ ਆ ਸਿਰਫ ਇੱਕੋ ਚੀਜ਼ ਕਰਨੀ ਹੈ, ਇੱਕੋ ਚੀਜ਼ ਫਰਜ਼ ਕਰਨੀ ਆ। ਅੱਜ ਤੋਂ ਕੋਈ 20 ਸਾਲ ਪਹਿਲਾਂ ਚੱਲ ਜਾਣਾ ਆ, ਤੇ 20 ਸਾਲ ਪਹਿਲਾਂ ਜਦੋਂ ਅਸੀਂ ਆਪਣੇ ਘਰੇ ਕੋਈ ਗੈਸਟ ਆਏ ਹੁੰਦੇ ਸੀ ਤੇ ਉਹਨਾਂ ਨੂੰ ਰੋਟੀ ਰੱਖਣ ਜਾਂਦੇ ਹੁੰਦਾ ਸੀ ਤੇ ਉਹ ਰੋਟੀ ਦੇ ਵਿੱਚ ਕੀ ਕੀ ਹੁੰਦਾ ਸੀ ਇੱਕ ਵਾਰੀ ਸੋਚੋ। ਸਭ ਤੋਂ ਪਹਿਲਾਂ ਸਲਾਦ ਜਾਂਦਾ ਹੁੰਦਾ ਸੀ, ਠੀਕ ਹੈ, ਫਿਰ ਇੱਕ ਵੈਜ ਸਬਜ਼ੀ ਜਾਂਦੀ ਹੁੰਦੀ ਸੀ, ਫਿਰ ਇੱਕ ਨਾਨ ਵੈਜ ਜਾਂਦੀ ਹੁੰਦੀ ਸੀ, ਫਿਰ ਨਾਲ ਅਚਾਰ ਜਾਂਦਾ ਹੁੰਦਾ ਸੀ, ਫਿਰ ਨਾਲ ਰੋਟੀ ਜਾਂਦੀ ਹੁੰਦੀ ਸੀ, ਫਿਰ ਨਾਲ ਰਾਈਸ ਜਾਂਦਾ ਹੁੰਦਾ ਸੀ, ਫਿਰ ਨਾਲ ਦਹੀਂ ਜਾਂਦਾ ਹੁੰਦਾ ਸੀ। ਹਰ ਇੱਕ ਚੀਜ਼ ਦਾ ਉਹ ਛੋਟਾ ਛੋਟਾ ਪੋਰਸ਼ਨ ਕੰਜ਼ਿਊਮ ਕਰਦੇ ਸਨ। ਇਹ ਸਾਰੀਆਂ ਚੀਜ਼ਾਂ ਖਾ ਕੇ ਉਹ ਇਹਨਾਂ ਨੂੰ ਬਰਨ ਕਰਕੇ ਇਹਦੇ ਵਿੱਚੋਂ ਨਿਊਟ੍ਰੀਸ਼ਨ ਉਹਨਾਂ ਦੀ ਬੋਡੀ ਖਿੱਚਦੀ ਹੁੰਦੀ ਸੀ ਜਦੋਂ ਉਹ ਵਰਕਆਊਟ ਕਰਦੇ ਸਨ ਜਾਂ ਕਿਸੇ ਵੀ ਪ੍ਰਕਾਰ ਦੀ ਫਿਜ਼ੀਕਲ ਐਕਟੀਵਿਟੀ ਕਰਦੇ ਸਨ। ਹੁਣ ਮੋਸਟਲੀ ਬੀਬੀਆਂ ਨੇ ਕਹਿਣਾ ਕਿ ਅਸੀਂ ਜਿਮ ਨਹੀਂ ਜਾ ਸਕਦੀਆਂ। ਵਰਕਆਊਟ ਕਰਨਾ ਸਿਰਫ ਜਿਮ ਨੂੰ ਨਹੀਂ ਕਹਿੰਦੇ, ਤੁਸੀਂ ਬਾਹਰ ਰਨਿੰਗ ਵੀ ਕਰੋਗੇ, ਇਟਸ ਅ ਵਰਕਆਊਟ। ਸਾਡੀ ਐਪ ਦੇ ਵਿੱਚ ਤੁਹਾਨੂੰ ਹੋਮ ਵਰਕਆਊਟ ਵੀ ਮਿਲਦਾ ਆ, ਸੋ ਤੁਸੀਂ ਆਪਣੇ ਘਰੇ ਵੀ ਹੋਮ ਵਰਕਆਊਟ ਕਰ ਲਓ, YouTube ਤੋਂ ਵੇਖ ਕੇ ਕਰ ਲਓ, ਬਟ ਤੁਸੀਂ ਆਪਣੇ ਘਰੇ ਰਹਿ ਕੇ ਵੀ ਪ੍ਰੋਪਰ ਹੈਲਥੀ ਰਹਿ ਸਕਦੀਆਂ ਜੀ। ਐਂਡ ਸਾਰੇ ਘਰ ਦੀ ਹੈਲਥ ਦਾ ਜਿੰਮਾ ਹੁੰਦਾ ਆ ਇੱਕ ਔਰਤ ਦੇ ਸਿਰ ਉੱਤੇ, ਬਿਕੋਜ਼ ਰਸੋਈ ਆ ਜਿਹੜੀ ਉਹ ਰਸੋਈ ਦੀ ਰਾਣੀ ਹੁੰਦੀ ਆ ਇੱਕ ਔਰਤ। ਜੇ ਔਰਤ ਘਰੇ ਹੈਲਦੀ ਬਣਾਊਗੀ ਸਾਰੇ ਟੱਬਰ ਨੂੰ ਉਹ ਖਾਣਾ ਹੀ ਪਊਗਾ। ਸੋ ਹਰ ਘਰ ਦੀ ਫੀਮੇਲ ਨੂੰ ਚਾਹੀਦਾ ਆ ਕਿ ਮਲਟੀਵਿਟਾਮਿਨ ਗੋਲੀਆਂ, ਸਿਰ ਪੀੜ ਦੀਆਂ ਗੋਲੀਆਂ, ਜੇ ਉਹ ਗੋਲੀਆਂ ਵਾਲਾ ਡੱਬਾ ਚੁੱਕ ਕੇ ਚਲਾ ਕੇ ਮਾਰੇ ਉੱਧਰ, ਤੇ ਆਪਣੇ ਟੱਬਰ ਲਈ ਰੋਜ਼ ਇਸ ਤਰ੍ਹਾਂ ਰੋਟੀ ਪਕਾਇਆ ਕਰੇ ਜਿਵੇਂ ਘਰੇ ਗੈਸਟ ਆਏ ਹੁੰਦੇ ਆ। ਬਿਕੋਜ਼ ਸਾਡੇ ਘਰ ਦਾ ਜੀ ਇੱਕ ਵੀ ਖੁੱਸ ਗਿਆ ਨਾ ਤੇ ਉਹ ਵਾਲੇ ਪ੍ਰਾਹੁਣੇ ਨੇ ਕਦੀ ਵੀ ਵਾਪਸ ਨਹੀਂ ਆਉਣਾ। ਸੋ ਹਰ ਇੱਕ ਜ਼ਿੰਦਗੀ ਨੂੰ ਅਨਮੋਲ ਮੰਨੋ, ਆਪਣੇ ਘਰਦਿਆਂ ਦਾ ਸਾਥ ਦਿਓ, ਆਪਣੇ ਘਰਦਿਆਂ ਦੇ ਨਾਲ ਹਮੇਸ਼ਾ ਰਹੋ, ਉਹਨਾਂ ਨੂੰ ਹੈਲਦੀ ਰੱਖੋ, ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ। ਪਰਮਾਤਮਾ ਦਾ ਨਾਮ ਲਓ ਤੇ ਹੁਣ ਚੁੱਪ ਕਰਕੇ ਸੌਂ ਜਾਓ। ਜੇ ਕੋਈ ਵੀ ਗੱਲ ਤੁਹਾਨੂੰ ਵਿੱਚ ਮੂਰਖਾਂ ਵਾਲੀ ਲੱਗੀ ਹੋਵੇ ਤੇ ਮੈਨੂੰ ਮੂਰਖ ਜਾਣ ਕੇ ਇਗਨੋਰ ਕਰ ਦਿਓ, ਚੰਗੀਆਂ ਗੱਲਾਂ ਆਪਣੇ ਨਾਲ ਬੰਨ੍ਹ ਕੇ ਲੈ ਜਿਓ, ਮਾੜੀਆਂ ਇੱਥੇ ਹੀ ਸੁੱਟ ਜਿਓ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।